ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਹਲਤ ਪਲਤ ਦੇ ਰੱਖਿਅਕ ਜਾਗਤ ਜੋਤ ਗੁਰਤਾ ਗਦੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਜੀ ਦੇ ਪਰਮ ਪਿਆਰ ਵਿੱਚ ਪਰੋਤੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਆਪ ਜੀ ਨਿਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜ ਕਰਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਔਰ ਇਤਿਹਾਸਕ ਵਿਚਾਰਾਂ ਨੂੰ ਸਰਵਨ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਕਰਦੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਨ ਕੀਤਾ ਸੀ ਕਿ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਕੋਲ ਗੁਰੂ ਕੇ ਸੰਗਤਾਂ ਬੇਅੰਤ ਚੱਲ ਕੇ ਆਉਂਦੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦੀਆਂ। ਭਾਈ ਪੁਰੀਆ ਭਾਈ ਚੂੜ ਆਏ, ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਧਰਮਸ਼ਾਲਾ ਤਿਆਰ ਕਰਵਾਓ। ਜੋ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਨਗਰ ਦੀ ਲੰਬੜਦਾਰੀ ਨਗਰ ਦਾ ਚੌਧਰਪੁਣਾ ਕੋਲ ਹੋਣ ਕਰਕੇ ਝੂਠ ਬੋਲਿਆ ਜਾਂਦਾ ਹੈ, ਝੂਠ ਤੋਂ ਬਿਨਾਂ ਗੁਜ਼ਾਰਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਧਰਮਸ਼ਾਲਾ ਵਿੱਚ ਆ ਕੇ ਜੋ ਵੀ ਰੋਜ਼ ਝੂਠ ਬੋਲੋ ਉਹ ਲਿਖਵਾ ਦੇਣਾ ਹੈ। ਇਹਨਾਂ ਨੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਕਮਾਉਣਾ ਸ਼ੁਰੂ ਕੀਤਾ। ਧਰਮਸ਼ਾਲਾ ਤਿਆਰ ਕਰਵਾਈ। ਹਰ ਰੋਜ਼ ਦਿਨ ਵਿੱਚ ਜਿੰਨਾ ਝੂਠ ਬੋਲਦੇ ਨੇ ਉਹ ਆ ਕੇ ਧਰਮਸ਼ਾਲਾ ਵਿੱਚ ਲਿਖਵਾਉਂਦੇ। ਜਦੋਂ ਲਿਖਵਾਉਂਦੇ ਨੇ ਉਦੋਂ ਸ਼ਰਮ ਮਹਿਸੂਸ ਹੁੰਦੀ ਹੈ। ਹੌਲੀ ਹੌਲੀ ਝੂਠ ਬੋਲਣ ਤੋਂ ਗੁਰੇਜ਼ ਕਰਨ ਲੱਗ ਪਏ। ਘਟ ਗਿਆ, ਬਹੁਤ ਘੱਟ ਕਰ ਦਿੱਤਾ। ਤੇ ਫਿਰ ਜਦੋਂ ਲਿਖੇ ਹੋਏ ਕਾਗਜ਼ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਕੋਲ ਆਏ, ਸਤਿਗੁਰੂ ਪਾਤਸ਼ਾਹ ਜੀ ਨੂੰ ਪੜ੍ਹ ਕੇ ਜਦੋਂ ਸੁਣਾਉਣ ਲੱਗੇ, ਸੰਗਤ ਦੇ ਵਿੱਚ ਜਦੋਂ ਝੂਠ ਸੁਣਾਉਣੇ ਸ਼ੁਰੂ ਕੀਤੇ ਤੇ ਬਹੁਤ ਜ਼ਿਆਦਾ ਜਿਹੜੀ ਸ਼ਰਮ ਸੀ ਉਹ ਮਹਿਸੂਸ ਹੋਈ। ਤੇ ਕੁਝ ਹੀ ਸਮੇਂ ਦੇ ਵਿੱਚ ਇਹਨਾਂ ਨੇ ਬਿਲਕੁਲ ਝੂਠ ਬੋਲਣਾ ਜਿਹੜਾ ਸੀ ਉਹ ਤਿਆਗ ਦਿੱਤਾ। ਜਿਸ ਝੂਠ ਨੂੰ ਬੋਲ ਕੇ ਸ਼ਰਮ ਮਹਿਸੂਸ ਹੋਣੀ ਹੈ ਉਹਦੇ ਨਾਲ ਚੰਗਾ ਹੈ ਕਿ ਇਹਦਾ ਤਿਆਗ ਕਰ ਦਈਏ। ਤਿਆਗ ਕਰ ਦਿੱਤਾ ਹੈ, ਹਿਰਦੇ ਅੰਦਰ ਗਿਆਨ ਹੋ ਗਿਆ ਹੈ ਤੇ ਗੁਰੂ ਕੀ ਸਿੱਖੀ ਨੂੰ ਕਮਾ ਰਹੇ ਨੇ ਜੀਵਨ ਅੰਦਰ। ਇਸੇ ਤਰ੍ਹਾਂ ਭਾਈ ਪੈੜਾ ਭਾਈ ਦੁਰਗਾ ਇਹ ਚੱਲ ਕੇ ਆਏ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ।
ਸਤਿਗੁਰੂ ਪਾਤਸ਼ਾਹ ਆਪ ਬੇਅੰਤ ਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਦੇ ਹੋ। ਬੇਅੰਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਆਪ ਜੀ ਦੇ ਸਿੱਖ ਮੁਕਤੀ ਨੂੰ ਪ੍ਰਾਪਤ ਕਰ ਰਹੇ ਨੇ। ਕਿਰਪਾ ਕਰੋ ਸਾਨੂੰ ਵੀ ਆਪਣਾ ਪਾਵਨ ਉਪਦੇਸ਼ ਬਖਸ਼ੋ। ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਇਹਨਾਂ ਨੂੰ ਵੀ ਉਪਦੇਸ਼ ਦਿੱਤਾ ਕਿ ਮਨੁੱਖਾ ਜਨਮ ਜੋ ਪ੍ਰਾਪਤ ਹੋਇਆ ਹੈ ਇਹ ਭਲਾ ਕਰਨ ਵਾਸਤੇ, ਸਿਮਰਨ ਕਰਨ ਵਾਸਤੇ, ਦਇਆ ਕਰਨ ਵਾਸਤੇ, ਲੋੜਵੰਦਾਂ ਦੀ ਮਦਦ ਕਰਨ ਵਾਸਤੇ ਪ੍ਰਾਪਤ ਹੋਇਆ ਹੈ। ਇਸ ਕਰ ਜਿਹੜੇ ਮਨੁੱਖਾ ਜਨਮ ਨੂੰ ਪਾ ਕਰਕੇ ਗ੍ਰਸਤ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਗ੍ਰਸਤੀ ਹੋ ਕੇ ਸਿਮਰਨ ਕਰਦੇ ਨੇ, ਦਾਨ ਕਰਦੇ ਨੇ, ਲੋੜਵੰਦ ਦੀ ਲੋੜ ਪੂਰੀ ਕਰਦੇ ਨੇ, ਭੁੱਖੇ ਨੂੰ ਭੋਜਨ ਛਕਾਉਂਦੇ ਨੇ, ਨਗਨ ਦਾ ਤਨ ਢੱਕਦੇ ਨੇ। ਇਹ ਇਸ ਪ੍ਰਕਾਰ ਦੇ ਨਾਲ ਵੱਡੀਆਂ ਸੇਵਾਵਾਂ ਨੇ, ਕਿਉਂਕਿ ਮਨੁੱਖਾ ਜਨਮ ਪ੍ਰਾਪਤ ਹੀ ਇਸ ਵਾਸਤੇ ਹੋਇਆ ਹੈ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਨੂੰ ਪਾਵਨ ਉਪਦੇਸ਼ ਬਖਸ਼ ਰਹੇ ਨੇ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਤਬ ਸਤਿਗੁਰ ਕੋ ਧਾਰੇ ਧਿਆਨ। ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੰਦਿਆਂ ਕਿਹਾ ਭਾਈ ਦੁਰਗੇ ਤੇ ਭਾਈ ਪੈੜੇ ਨੂੰ ਕਿ ਦਸਾਂ ਨਾਹਾਂ ਦੀ ਕਿਰਤ ਕਰਨੀ, ਉਹ ਕਿਰਤ ਦੇ ਵਿੱਚੋਂ ਵੰਡ ਕੇ ਛਕਣਾ। ਪਹਿਲਾਂ ਲੋੜਵੰਦ ਨੂੰ ਭੋਜਨ ਛਕਾਉਣਾ, ਆਏ ਗਏ ਦੀ ਸੇਵਾ ਕਰਨੀ, ਪਿੱਛੋਂ ਜੋ ਬਚ ਜਾਵੇ ਉਹ ਆਪ ਛਕਣਾ। ਇਸ ਤਰ੍ਹਾਂ ਨਾਲ ਜਿਹੜਾ ਆਪਣੇ ਘਰ ਵਿਖੇ ਗੁਰੂ ਕੇ ਸਿੱਖਾਂ ਨੂੰ ਬੁਲਾ ਕਰਕੇ ਭੋਜਨ ਛਕਾਉਂਦਾ ਹੈ ਤੇ ਭੋਜਨ ਛਕ ਕੇ ਗੁਰੂ ਕੇ ਸਿੱਖ ਫਿਰ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਨੇ। ਇਸ ਤਰ੍ਹਾਂ ਦੇ ਨਾਲ ਇਹ ਸੇਵਾ ਜਿਹੜੀ ਹੈ ਉਹ ਜੀਵਨ ਅੰਦਰ ਕਮਾਉਣੀ ਹੈ ਤੇ ਸਤਿਗੁਰ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਆਪਣੇ ਚਰਨੇ, ਆਪਣੇ ਹਿਰਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਧਿਆਨ ਧਾਰਨ ਕਰਕੇ ਬਿਨੇ ਬਖਾਨੇ ਬਨ ਬਿਨ ਮਾਨ ਤੇ ਹੰਕਾਰ ਰਹਿਤ ਹੋ ਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ। ਹਿਰਦੇ ਅੰਦਰ ਸਤਿਗੁਰੂ ਜੀ ਦਾ ਧਿਆਨ ਧਾਰਨ ਕਰਨਾ ਹੈ ਔਰ ਹੰਕਾਰ ਰਹਿਤ ਹੋ ਕੇ, ਮਨ ਵਿੱਚ ਹੰਕਾਰ ਨਹੀਂ ਰੱਖਣਾ, ਹੰਕਾਰ ਰਹਿਤ ਹੋ ਕੇ ਨਿਮਰਤਾ ਸਹਿਤ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਨੀ ਹੈ। ਕਰ ਜੋਰੇ ਔਰ ਮੈਂ ਇਮ ਕਹੇ। ਦੋਵੇਂ ਹੱਥ ਜੋੜ ਕੇ ਹਿਰਦੇ ਵਿੱਚੋਂ ਇਉਂ ਕਹੇ, ਇਹ ਪ੍ਰਸਾਦ ਪ੍ਰਭ ਤੇਰੋ ਆਏ। ਕਿ ਹੇ ਸਤਿਗੁਰੂ ਪਾਤਸ਼ਾਹ ਜੀ, ਇਹ ਆਪ ਜੀ ਦਾ ਦਿੱਤਾ ਹੋਇਆ ਭੋਜਨ ਪ੍ਰਸ਼ਾਦ ਹੈ ਜੋ ਅਸੀਂ ਛਕ ਰਹੇ ਹਾਂ, ਗੁਰੂ ਕੇ ਸਿੱਖ ਛਕ ਰਹੇ ਨੇ। ਸਤਿਗੁਰੂ ਪਾਤਸ਼ਾਹ ਇਹ ਆਪ ਜੀ ਦਾ ਦਿੱਤਾ ਹੋਇਆ ਹੈ। ਇਸ ਪ੍ਰਕਾਰ ਦੇ ਨਾਲ ਬੇਨਤੀ ਕਰਨੀ ਹੈ। ਗੁਰੂ ਕੇ ਸਿੱਖ ਨੇ ਭੋਜਨ ਛਕਣ ਤੋਂ ਪਹਿਲਾਂ ਵੀ, ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੜੀ ਕਾਹਲੀ ਵਿੱਚ ਅਸੀਂ ਭੋਜਨ ਛਕਦੇ ਹਾਂ, ਕਈ ਵਾਰੀ ਤੁਰੇ ਜਾਂਦੇ ਹੀ ਪ੍ਰਸ਼ਾਦਾ ਫੁਲਕਾ ਹੱਥ ਵਿੱਚ ਲੈ ਲਿਆ, ਛਕਦੇ ਜਾਂਦੇ ਹਾਂ। ਨਹੀਂ, ਪ੍ਰਸ਼ਾਦਾ ਛਕਣਾ ਬੜਾ ਅਦਬ ਸਤਿਕਾਰ ਦੇ ਨਾਲ ਬੈਠ ਕਰਕੇ ਭੋਜਨ ਕਰਨਾ ਹੈ ਤੇ ਭੋਜਨ ਕਰਨ ਤੋਂ ਪਹਿਲਾਂ ਵੀ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰ ਕਰਨਾ ਹੈ ਔਰ ਛਕ ਕੇ ਫਿਰ ਗੁਰੂ ਕੇ ਸਿੱਖ ਨੇ ਅਰਦਾਸ ਕਰਨੀ ਹੈ, ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਪਰਮੇਸ਼ਰ ਤੇਰਾ ਦਿੱਤਾ ਹੋਇਆ ਭੋਜਨ ਛਕਿਆ ਹੈ, ਸਭ ਨੂੰ ਭੋਜਨ ਪ੍ਰਸ਼ਾਦ ਬਖਸ਼ਣਾ। ਇਸ ਤਰ੍ਹਾਂ ਨਾਲ ਇਹ ਬੇਨਤੀ ਹਿਰਦੇ ਵਿੱਚੋਂ ਕਰਨੀ ਹੈ ਕਿ ਇਹ ਜੋ ਭੋਜਨ ਪ੍ਰਸ਼ਾਦ ਹੈ ਸਤਿਗੁਰੂ ਪਾਤਸ਼ਾਹ ਜੀ, ਇਹ ਆਪ ਜੀ ਦਾ ਦਿੱਤਾ ਹੋਇਆ ਹੈ। ਸਭ ਸਿੱਖਨ ਕੋ ਬੰਧਨ ਕਰੇ। ਤੇ ਫਿਰ ਸਾਰੇ ਸਿੱਖਾਂ ਨੂੰ ਬੰਧਨ ਕਰੇ, ਗੁਰੂ ਕੇ ਸਿੱਖਾਂ ਦਾ ਸਤਿਕਾਰ ਕਰੇ।
ਅਚਿਓ ਗੁਰਨ ਇਮ ਸ਼ਰਦਾ ਧਰੇ ਤੇ ਮਨ ਅੰਦਰ ਸ਼ਰਧਾ ਧਾਰਨ ਕਰਕੇ ਗੁਰੂ ਕੇ ਸਿੱਖਾਂ ਨੂੰ ਭੋਜਨ ਪ੍ਰਸ਼ਾਦ ਛਕਾਉਣ ਦੀ ਸੇਵਾ ਕਰੇ। ਪੁਰਬ ਸਮੇਂ ਜੇ ਮਾਸ ਮਝਾਰ ਤੇ ਮਹੀਨੇ ਦੇ ਵਿੱਚ ਜਿਹੜੇ ਵੀ ਦਿਹਾੜੇ ਆਉਣ ਜਾਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ, ਨੈ ਬਨ ਆਵੇ ਦੇਨ ਆਹਾਰ ਤੇ ਜੇਕਰ ਸਾਰਾ ਮਹੀਨਾ ਨਾ ਬਣ ਆਵੇ, ਜਥਾ ਜੋਗ ਜਿੰਨੀ ਕੁ ਸ਼ਕਤੀ ਹੋਵੇ ਉਸ ਮੁਤਾਬਕ ਆਪਣੀ ਵਿੱਤ ਦੇ ਮੁਤਾਬਕ, ਜੇ ਤਾਂ ਪਰਮੇਸ਼ਰ ਦੀ ਬਖਸ਼ਿਸ਼ ਹੈ, ਘਰ ਵਿੱਚ ਖੁੱਲੇ ਭੰਡਾਰ ਨੇ, ਤਾਂ ਹਰ ਰੋਜ਼ ਗੁਰੂ ਕੇ ਸਿੱਖਾਂ ਨੂੰ ਭੋਜਨ ਛਕਾਵੇ। ਤੇ ਜੇਕਰ ਹਰ ਰੋਜ਼ ਨਾ ਬਣਾਵੇ, ਜੇਕਰ ਰੋਜ਼ ਇਹ ਨਾ ਕਰ ਸਕਦੇ ਹੋਏ, ਰੋਜ਼ ਭੋਜਨ ਪ੍ਰਸ਼ਾਦ ਨਾ ਛਕਾ ਸਕਦੇ ਹੋਣ, ਦਰਸ ਕਿਤੋਂ ਸੰਕਰਾਂਤ ਸੋ ਦਿਨ ਮੈਂ ਤੇ ਫਿਰ ਮਹੀਨੇ ਵਿੱਚ ਸੰਗਰਾਂਦ ਵਾਲੇ ਦਿਨ ਜਾਂ ਮਸਿਆ ਵਾਲੇ ਦਿਨ ਤ੍ਰਿਪਤਾਵੈ ਗੁਰ ਸਿੱਖ ਸਦਨ ਮੈਂ ਤੇ ਗੁਰੂ ਕੇ ਸਿੱਖਾਂ ਨੂੰ ਮਹੀਨੇ ਵਿੱਚ ਇੱਕ ਜਾਂ ਦੋ ਵਾਰ, ਘੱਟ ਤੋਂ ਘੱਟ ਇੱਕ ਜਾਂ ਦੋ ਵਾਰ ਜ਼ਰੂਰ ਘਰ ਬੁਲਾਵੇ ਤੇ ਘਰ ਬੁਲਾ ਕੇ ਉਹਨਾਂ ਨੂੰ ਭੋਜਨ ਪ੍ਰਸ਼ਾਦ ਛਕਾਉਣਾ ਕਰੇ। ਬਹੁਰ ਵਸਤਰ ਆਛੇ ਬਣਵਾਵੇ ਫਿਰ ਆਪਣੀ ਵਿੱਤ ਦੇ ਮੁਤਾਬਕ ਫਿਰ ਸੋਹਣੇ ਵਸਤਰ ਜਿਹੜੇ ਹਨ ਉਹ ਤਿਆਰ ਕਰਵਾਵੇ। ਸੰਤ ਕੇ ਸਿੱਖ ਕਸ਼ਟ ਕੋ ਪਾਵੇ ਗੁਰੂ ਕੇ ਪਿਆਰ ਵਾਲੇ ਸੰਤ ਜਨ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਪਿਆਰੇ, ਜਾਂ ਗੁਰੂ ਕੇ ਜਿਹੜੇ ਸਿੱਖ ਲੋੜਵੰਦ ਹਨ, ਉਹਨਾਂ ਨੂੰ ਇਹ ਵਸਤਰ ਜਿਹੜਾ ਹੈ ਉਹ ਦੇਣਾ ਕਰੇ। ਸੀਤ ਕਾਲ ਮੈਂ ਕਰ ਪਹਿਰਾਏ ਤੇ ਜਦੋਂ ਠੰਡ ਦਾ ਮੌਸਮ ਹੋਵੇ, ਸਰਦੀ ਦੀ ਜਦੋਂ ਰੁੱਤ ਹੋਵੇ, ਲੇਪ ਨਿਹਾਲੀ ਤੂਲ ਡਲਾਏ ਰਜਾਈ ਤੇ ਤੁਲਾਈ ਦੇ ਵਿੱਚ ਰੂੰ ਭਰ ਕੇ ਕੈ ਕੰਬਰ ਦੇ ਹੀਰ ਨਗਨ ਕੋ ਆਪਣੀ ਵਿੱਤ ਮੁਤਾਬਕ ਸਰਦੀ ਦੇ ਮੌਸਮ ਦੇ ਵਿੱਚ ਸੋਹਣੀ ਚੰਗੀ ਰਜਾਈ ਵਿੱਚ ਰੂੰ ਭਰ ਕੇ, ਹੇਠਾਂ ਵਿਛਾਉਣ ਲਈ ਤਲਾਈ ਵਿੱਚ ਰੂੰ ਭਰ ਕੇ ਇਹ ਦੇਣਾ ਕਰੇ। ਜੇ ਇੰਨਾ ਨਹੀਂ ਕਰ ਸਕਦਾ, ਉਸ ਤੋਂ ਘੱਟ ਕਿਸੇ ਲੋੜਵੰਦ ਨੂੰ ਸਰਦੀ ਦੇ ਵਿੱਚ ਜਿਹੜਾ ਕੰਬਲ ਆਦਿਕ ਉਹ ਦੇਣਾ ਕਰੇ। ਨਗਨ ਜਿਹੜਾ ਹੈ, ਜਿਹਦੇ ਕੋਲ ਕੰਬਲ ਨਹੀਂ, ਜਿਹੜਾ ਠੰਡ ਵਿੱਚ ਕਿਸੇ ਕੋਲ ਭਾਰਾ ਜਾਂ ਗਰਮ ਵਸਤਰ ਨਹੀਂ ਆਇਆ ਆਪਣੀ ਠੰਡ ਦੂਰ ਕਰਨ ਵਾਸਤੇ, ਉਹਨੂੰ ਕੰਬਲ ਆਦਿਕ ਜਿਹੜਾ ਉਸ ਲੋੜਵੰਦ ਨੂੰ ਦੇਣਾ ਕਰੇ। ਛਾਦਨ ਕਰੇ ਗਰੀਬਨ ਤਨ ਕੋ ਤੇ ਗਰੀਬਾਂ ਦੇ ਤਨ ਨੂੰ ਢੱਕਣ ਦੀ ਸੇਵਾ ਕਰੇ। ਜਿਹੜੇ ਲੋੜਵੰਦ ਨੇ, ਗਰੀਬ ਨੇ, ਨਹੀਂ ਵਸਤਰ ਖਰੀਦ ਕੇ ਪਾ ਸਕਦੇ, ਉਹਨਾਂ ਨੂੰ ਵਸਤਰ ਦੇਵੇ, ਉਹਨਾਂ ਦਾ ਤਨ ਢਕੇ। ਕਰਨ ਦਾਨ ਇਸ ਬਿਦ ਕੇ ਦੋਏ ਤੇ ਇਸ ਤਰ੍ਹਾਂ ਦੇ ਜਿਹੜੇ ਇਹ ਦੋਵੇਂ ਦਾਨ ਹਨ, ਭੋਜਨ ਛਕਾਉਣਾ ਤੇ ਲੋੜਵੰਦ ਦਾ ਤਨ ਢਕਣਾ, ਇਹ ਜਿਹੜੇ ਦੋਵੇਂ ਦਾਨ ਹਨ, ਸਰਬ ਕਰੇ ਇਹ ਅਤ ਹਿਤ ਹੋਏ ਤੇ ਜਿਹੜਾ ਇਹ ਦੋਵੇਂ ਦਾਨ ਕਰਦਾ ਹੈ, ਇਹ ਉਸ ਜੀਵ ਦੇ, ਉਸ ਮਨੁੱਖ ਦੇ ਬਹੁਤ ਭਲੇ ਵਿੱਚ ਹਨ। ਦੋਵੇਂ ਦਾਨ, ਇਹ ਦਾਨ ਕਰਨੇ, ਜਿਹੜਾ ਕੋਈ ਭੁੱਖਾ ਮਨੁੱਖ ਹੈ ਉਹਦਾ ਪੇਟ ਭਰਨਾ, ਉਹਨੂੰ ਭੋਜਨ ਛਕਾਉਣਾ, ਜਿਹੜਾ ਕੋਈ ਨਗਨ ਹੈ, ਜਿਹਦੇ ਤਨ ਤੇ ਵਸਤਰ ਨਹੀਂ, ਉਹਦਾ ਤਨ ਢਕਣਾ, ਇਹ ਬਹੁਤ ਵੱਡੀ ਸੇਵਾ ਹੈ। ਜਿਹੜਾ ਮਨੁੱਖ ਕਰਦਾ ਹੈ ਇਹ ਉਹਦੇ ਭਲੇ ਹਿੱਤ ਹੈ। ਜਥਾ ਸ਼ਕਤ ਇਹ ਸਭ ਕੇ ਜੋਗ ਤੇ ਜਥਾ ਜੋਗ ਇਹ ਸਾਰਿਆਂ ਲਈ ਬਣ ਆਉਂਦਾ ਹੈ। ਜਿੰਨੇ ਵੀ ਅਸੀਂ ਮਨੁੱਖਾ ਜੀਵਨ ਪ੍ਰਾਪਤ ਕਰਕੇ ਸੰਸਾਰ ਵਿੱਚ ਆਏ ਹਾਂ, ਜਿੰਨੇ ਵੀ ਅਸੀਂ ਗ੍ਰਸਤੀ ਹਾਂ, ਗ੍ਰਸਤ ਵਿੱਚ ਰਹਿੰਦੇ ਹਾਂ, ਸਾਰਿਆਂ ਲਈ ਇਹ ਜਥਾ ਜੋਗ ਦਾਨ ਕਰਨਾ ਬਣਦਾ ਹੈ। ਗ੍ਰਸਤ ਧਰਮ ਧਾਰਿਓ ਜਿਸ ਲੋਗ ਜਿਨ੍ਹਾਂ ਲੋਕਾਂ ਨੇ ਗ੍ਰਸਤ ਧਾਰਮ ਧਾਰਨ ਕੀਤਾ ਹੈ, ਜਿਹੜੇ ਗ੍ਰਸਤੀ ਨੇ, ਇਹ ਉਹਨਾਂ ਲਈ ਖਾਸ ਕਰਕੇ ਪਾਤਸ਼ਾਹ ਕਹਿੰਦੇ ਦੋਵੇਂ ਕਾਰਜ ਕਰਨੇ ਬਹੁਤ ਜ਼ਰੂਰੀ ਨੇ ਗ੍ਰਸਤੀ ਵਾਸਤੇ। ਭੁੱਖੇ ਨੂੰ ਭੋਜਨ ਛਕਾਉਣਾ ਤੇ ਨਗਨ ਦਾ ਤਨ ਢਕਣਾ, ਇਹ ਦੋਵੇਂ ਦਾਨ ਕਰਨੇ ਬਹੁਤ ਜ਼ਰੂਰੀ ਹਨ। ਬਚਨ ਕਯੋ ਸ਼੍ਰੀ ਨਾਨਕ ਧੀਰ ਧੀਰਜਵਾਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਨੇ ਆਪਣੀ ਰਸਨਾ ਤੋਂ। ਪੁੰਨ ਦਾਨ ਕਾ ਕਰੇ ਸਰੀਰ ਕਿ
ਗ੍ਰਸਤੀ ਮਨੁੱਖ ਆਪਣੇ ਸਰੀਰ ਨੂੰ ਪੁੰਨ ਦਾਨ ਕਰਨ ਵਾਲਾ ਬਣਾਵੇ, ਭਾਵ ਮਨੁੱਖਤਾ ਦੀ ਸੇਵਾ ਕਰਨ ਵਾਲਾ ਬਣਾਵੇ, ਮਨੁੱਖਤਾ ਦੀ ਸੇਵਾ ਕਰਨ ਵਾਲਾ ਉਹਦਾ ਜੀਵਨ ਹੋਵੇ। सो गिरही गंगा का नीर। ਤੇ ਹਿੰਦੂ ਵੀਰ ਗੰਗਾ ਦੇ ਜਲ ਨੂੰ ਬੜਾ ਪਵਿੱਤਰ ਮੰਨਦੇ ਨੇ। ਕਹਿੰਦੇ ਜਿਹੜਾ ਮਨੁੱਖ ਆਪਣੇ ਜੀਵਨ ਅੰਦਰ ਇਹ ਦੋ ਦਾਨ ਕਰਦਾ ਨਾ, ਇਹ ਭਲੇ ਦੇ ਕਾਰਜ ਕਰਦਾ ਹੈ, ਮਾਨੋ ਉਹਦਾ ਜੀਵਨ ਉਹ ਗੰਗਾ ਦੇ ਪਵਿੱਤਰ ਨਿਰਮਲ ਜਲ ਵਰਗਾ ਹੈ। धर्म ग्रस्त को दान गहीर। ਤੇ ਗ੍ਰਸਤੀ ਦਾ ਦਾਨ ਕਰਨਾ ਹੀ ਵੱਡਾ ਧਰਮ ਹੈ। ਜਿਹੜਾ ਵੱਡਾ ਧਰਮ ਹੈ ਉਹ ਗ੍ਰਸਤੀ ਦਾ ਇਹ ਹੈ ਕਿ ਉਹ ਹੱਥੀਂ ਦਾਨ ਕਰੇ, ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਮਨਾਵੇ। ਇਸ ਪ੍ਰਕਾਰ ਦੇ ਨਾਲ ਗ੍ਰਸਤੀ ਦਾ ਇਹ ਵੱਡਾ ਧਰਮ ਹੈ। क्यों क्यों कर दिन रैन मझारा। ਇਸ ਕਰਕੇ ਦਿਨੇ ਰਾਤ ਇਸ ਪ੍ਰਕਾਰ ਦੇ ਨਾਲ ਮਨ ਅੰਦਰ ਇਹ ਧਾਰਨ ਕਰੇ। वस्त्र नगन को क्षुदत आहारा। ਹਰ ਵਕਤ ਮਨ ਅੰਦਰ ਦਿਨੇ ਰਾਤ ਇਹ ਵਿਚਾਰ ਬਣੀ ਰਹੇ ਕਿ ਭੁੱਖੇ ਨੂੰ ਭੋਜਨ ਛਕਾਉਣਾ ਹੈ ਤੇ ਨਗਨ ਦਾ ਤਨ ਟਕਣਾ ਹੈ। पुन अपर वो बिद कै आहे। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸੰਸਾਰ ਦੇ ਵਿੱਚ ਪੁੰਨ ਕਰਮ ਹੋਰ ਵੀ ਬਹੁਤ ਨੇ। ਸੰਸਾਰ ਅੰਦਰ ਪੁੰਨ ਕਾਰਜ ਕਰਨ ਵਾਲੇ ਹੋਰ ਵੀ ਬਹੁਤ ਹਨ, तो न समता इसकी लहै। ਪਰ ਬਾਕੀ ਦੇ ਕੀਤੇ ਹੋਏ ਜਿਹੜੇ ਪੁੰਨ ਨੇ, ਦਾਨ ਨੇ, ਉਹ ਇਹ ਦੋ ਦਾਨਾਂ ਦੀ ਬਰਾਬਰਤਾ ਨਹੀਂ ਕਰ ਸਕਦੇ। ਭੁੱਖੇ ਨੂੰ ਭੋਜਨ ਛਕਾਉਣਾ, ਲੋੜਵੰਦ ਨੂੰ ਵਸਤਰ ਦੇਣੇ। ਕਹਿੰਦੇ ਦੁਨੀਆ ਵਿੱਚ ਹੋਰ ਵੀ ਬੜੇ ਪੁੰਨ ਨੇ, ਬੜੇ ਲੋਕ ਦਾਨ ਕਰਦੇ ਨੇ, ਪਰ ਇਹ ਦੋ ਪੁੰਨਾਂ ਦੇ ਸਮਾਨ ਹੋਰ ਕੋਈ ਪੁੰਨ ਨਹੀਂ ਹੈ। ਸਭ ਤੋਂ ਵੱਡੇ ਤੇ ਉੱਤਮ ਪੁੰਨ ਹਨ। दान शांत की ए सुखदाई। ਇਹ ਜਿਹੜਾ ਦਾਨ ਹੈ ਇਹ ਸ਼ਾਂਤ ਕੀ ਦਾਨ, ਜਿਹਨੂੰ ਕਰਨ ਦੇ ਨਾਲ ਹਿਰਦੇ ਅੰਦਰ ਸ਼ਾਂਤੀ ਮਿਲਦੀ ਹੈ। भगत उपावे कष्ट मिटाई। ਤੇ ਇਹ ਦਾਨ ਕਰਨ ਦੇ ਨਾਲ ਜਿਹੜਾ ਮਨੁੱਖ ਆਪਣੇ ਜੀਵਨ ਅੰਦਰ ਇਹ ਦਾਨ ਕਰਦਾ ਹੈ, ਇਹ ਦਾਨ ਕਰਨ ਨਾਲ ਹਿਰਦੇ ਅੰਦਰ ਭਗਤੀ ਪ੍ਰਗਟ ਹੁੰਦੀ ਹੈ ਤੇ ਹਿਰਦ ਜੀਵਨ ਦੇ ਜਿੰਨੇ ਦੁੱਖ ਕਲੇਸ਼ ਨੇ ਉਹ ਖਤਮ ਹੋ ਜਾਂਦੇ ਹਨ। हिम सतगुर उचरियो उपदेश। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪਾਵਨ ਮੁਖ ਤੋਂ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। पैड़े दुर्गे सुनियो अशेष। ਤੇ ਭਾਈ ਪੈੜਾ ਤੇ ਭਾਈ ਦੁਰਗਾ ਇਹਨਾਂ ਦੋਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸੁਣਿਆ ਹੈ। बंधन कीन सदन को गए। ਤੇ ਨਮਸਕਾਰ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਲਿਆ ਔਰ ਨਮਸਕਾਰ ਕਰਕੇ ਵਾਪਸ ਆਪਣੇ ਘਰ ਨੂੰ ਗਏ ਹਨ। गुर को कहो कमावत पाए। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਦਾ ਕਹਿਆ ਹੋਇਆ ਜੋ ਲੈ ਕੇ ਉਪਦੇਸ਼ ਆਏ ਨੇ ਉਹ ਉਪਦੇਸ਼ ਦੀ ਕਮਾਈ ਕਰਨ ਲੱਗੇ ਹਨ। बहु सिखे आवे देह आहारा। ਬਹੁਤ ਸਿੱਖ ਚੱਲ ਕੇ ਆਉਣ ਲੱਗ ਪਏ। ਪਤਾ ਲੱਗ ਗਿਆ ਕਿ ਭਾਈ ਲੋੜਵੰਦ ਨੂੰ ਭਾਈ ਦੁਰਗੇ ਤੇ ਪੈੜੇ ਦੇ ਘਰੋਂ ਭੋਜਨ ਮਿਲਦਾ ਹੈ। ਭੁੱਖੇ ਮਨੁੱਖ ਨੂੰ ਉੱਥੋਂ ਭੋਜਨ ਮਿਲਦਾ, ਉਹਦੀ ਭੁੱਖ ਉੱਥੋਂ ਮਿਟਦੀ ਹੈ। ਤੇ ਇਸ ਤਰ੍ਹਾਂ ਦੇ ਨਾਲ ਬਹੁਤ ਲੋੜਵੰਦ ਜਿਹੜੇ ਸਨ ਉਹ ਭੋਜਨ ਛਕਣ ਵਾਸਤੇ ਆਉਣ ਲੱਗੇ। सादर कहे पाओ बड़ तारा। ਤੇ ਬੜਾ ਆਦਬ ਸਤਿਕਾਰ ਦਿੰਦੇ, ਬੜਾ ਪ੍ਰੇਮ ਹਿਰਦੇ ਅੰਦਰ ਧਾਰਨ ਕਰਕੇ ਬਹੁਤ ਸਤਿਕਾਰ ਦਿੰਦੇ ਹਨ ਆਏ ਹੋਇਆਂ ਨੂੰ। केतक द्योस बीते इम करते। ਤੇ ਕਈ ਦਿਨ ਇਸ ਤਰ੍ਹਾਂ ਕਰਦਿਆਂ ਬਤੀਤ ਹੋ ਗਏ। ਆਪਣੇ ਨਗਰ ਘਰ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੀ ਕਮਾਈ ਕਰਦੇ ਨੇ। ਹੁਣ ਹਰ ਰੋਜ਼ ਧਰਮ ਦੀ ਕਿਰਤ ਕਰਦੇ ਨੇ ਤੇ ਹਰ ਰੋਜ਼ ਕੋਈ ਵੀ ਜਿਹੜਾ ਵੀ ਚੱਲ ਕੇ ਆਉਂਦਾ ਹੈ, ਉਹ ਭੁੱਖਾ ਨਹੀਂ ਮੁੜਦਾ। ਉਹਨੂੰ ਅਦਬ ਸਤਿਕਾਰ ਦਿੰਦੇ, ਬੜੇ ਪ੍ਰੇਮ ਨਾਲ ਬਿਠਾਉਂਦੇ ਨੇ, ਭੋਜਨ ਪ੍ਰਸ਼ਾਦ ਛਕਾਉਂਦੇ ਨੇ। ਇਸ ਤਰ੍ਹਾਂ ਕਈ ਦਿਨ ਤੱਕ ਇਸੇ ਤਰ੍ਹਾਂ ਜਦੋਂ ਚੱਲਦਾ ਰਿਹਾ। पर्व दिवस गुर जाए निहरते। ਤੇ ਜਦੋਂ ਕੋਈ ਦਿਹਾੜਾ ਆਉਣਾ, ਕੋਈ ਗੁਰਪੁਰਬ ਆਉਣਾ,
ਉਸ ਦਿਹਾੜੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਵੀ ਪਹੁੰਚਦੇ ਹਨ। ਖਰਚ ਬੜੋ ਕਰ ਆਮਦ ਥੋਰੀ। ਹੁਣ ਘਰ ਦੇ ਵਿੱਚ ਆਮਦਨ ਬਹੁਤ ਥੋੜੀ ਸੀ, ਆਮਦਨ ਦਾ ਕੋਈ ਬਹੁਤਾ ਸਾਧਨ ਨਹੀਂ ਸੀ, ਆਮਦਨ ਬਹੁਤ ਘੱਟ ਸੀ। ਪਰ ਹੁਣ ਜਦੋਂ ਤੋਂ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਲੱਗੇ ਤੇ ਗੁਰੂ ਕੇ ਲੰਗਰ ਵਰਤਨੇ ਘਰ ਵਿੱਚ ਸ਼ੁਰੂ ਹੋ ਗਏ ਤੇ ਖਰਚਾ ਜਿਹੜਾ ਸੀ ਉਹ ਵੱਧ ਗਿਆ। ਹੁਣ ਬੇਅੰਤ ਲੋੜਵੰਦ ਆਉਂਦੇ ਨੇ ਭੋਜਨ ਛਕਣ ਵਾਸਤੇ, ਇਸ ਕਰਕੇ ਕਮਾਈ ਦਾ ਸਾਧਨ ਬਹੁਤ ਘੱਟ ਸੀ, ਪਰ ਘਰ ਦਾ ਖਰਚਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਵੱਧ ਗਿਆ। ਜਾਂ ਤੇ ਕੱਢਿਓ ਕਰਜ ਧਨ ਔਰੀ। ਤੇ ਫਿਰ ਇਹਨਾਂ ਨੇ ਹੁਣ ਜਿਹੜਾ ਸੀ ਕੁਝ ਕਰਜ਼ਾ ਲੈ ਲਿਆ, ਕੁਝ ਧਨ ਜਿਹੜਾ ਸੀ ਉਹ ਕਰਜ਼ੇ ਵਜੋਂ ਜਿਹੜਾ ਸੀ ਉਹ ਲੈ ਲਿਆ। ਇੱਕ ਦਿਨ ਬਹੁ ਸੰਗਤ ਚੱਲ ਆਈ। ਹੁਣ ਉਸ ਕਰਜ਼ੇ ਦਾ ਜਿਹੜਾ ਧਨ ਲਿਆ ਉਹਦੇ ਨਾਲ ਸੇਵਾ ਕੁਝ ਸਮਾਂ ਕੁਝ ਦਿਨ ਹੋਰ ਕੀਤੀ। ਇੱਕ ਦਿਨ ਦਾ ਸਮਾਂ ਸੀ ਕਿ ਬਹੁਤ ਸਾਰੀ ਜਿਹੜੀ ਸਿੱਖ ਸੰਗਤ ਸੀ ਉਹ ਚੱਲ ਕੇ ਆ ਗਈ। ਨੈ ਕੁਛ ਘਰ ਮੈਂ ਦੇ ਜੋ ਖੁਆਈ। ਤੇ ਹੁਣ ਘਰ ਦੇ ਵਿੱਚ ਕੁਝ ਵੀ ਨਹੀਂ ਸੀ ਜਿਹੜਾ ਆਈ ਸੰਗਤ ਨੂੰ ਛਕਾ ਦਿੰਦੇ। ਕਰਜ਼ੇ ਤੇ ਵੀ ਧਨ ਲੈ ਲਿਆ, ਕਿਉਂਕਿ ਹੁਣ ਧਨ ਤਾਂ ਰੋਜ਼ ਖਰਚ ਹੁੰਦਾ ਹੈ, ਰਸਤਾਂ ਵਸਤਾਂ ਹੁੰਦੀਆਂ ਨੇ, ਗੁਰੂ ਕੇ ਲੰਗਰ ਅਟੁੱਟ ਵਰਤਦੇ ਨੇ, ਤਿਆਰ ਹੁੰਦੇ ਨੇ। ਸੰਗਤ ਬਹੁਤ ਜ਼ਿਆਦਾ ਚੱਲ ਕੇ ਆ ਗਈ ਤੇ ਘਰ ਵਿੱਚ ਹੁਣ ਛਕਾਉਣ ਵਾਸਤੇ ਕੁਝ ਨਹੀਂ ਸੀ। ਦਿਓ ਨਾ ਕਰਜ ਬਨਕ ਨੇ ਜਬੇ। ਤੇ ਹੁਣ ਜਿਹੜੇ ਬਾਣੀਏ ਕੋਲੋਂ ਪਹਿਲਾਂ ਕਰਜ਼ ਲਿਆ ਸੀ, ਹੁਣ ਜਦੋਂ ਉਹਦੇ ਕੋਲ ਗਏ ਚੱਲ ਕੇ ਕਿ ਸਿੱਖ ਸੰਗਤਾਂ ਆਈਆਂ ਨੇ ਉਹਨਾਂ ਨੂੰ ਭੋਜਨ ਪ੍ਰਸ਼ਾਦ ਛਕਾਉਣਾ ਹੈ, ਤਾਂ ਹੁਣ ਇਸ ਬਾਣੀਏ ਨੇ ਕਰਜ਼ ਦੇਣ ਤੋਂ ਜਵਾਬ ਦੇ ਦਿੱਤਾ, ਇਨਕਾਰ ਕਰ ਦਿੱਤਾ। ਉਹ ਕਹਿਣ ਲੱਗਾ ਤੁਸੀਂ ਤਾਂ ਪਹਿਲਾਂ ਹੀ ਕਰਜ਼ਾ ਲੈ ਗਏ ਹੋ, ਮੇਰੇ ਕੋਲੋਂ ਲਿਆ ਹੋਇਆ, ਹੋਰ ਕਰਜ਼ਾ ਤੁਹਾਨੂੰ ਕਿਵੇਂ ਦੇ ਦਿਆਂ, ਉਹ ਤਾਂ ਤੁਸੀਂ ਅਜੇ ਮੋੜਿਆ ਨਹੀਂ। ਇਸ ਕਰਕੇ ਬਾਣੀਏ ਨੇ ਕਰਜ਼ ਜਿਹੜਾ ਸੀ ਉਹ ਦੇਣ ਤੋਂ ਇਨਕਾਰ ਕਰ ਦਿੱਤਾ। ਕੁਛ ਕਬੀ ਭੂਖਨ ਤ੍ਰਿਆ ਕੇ ਤਬੇ। ਤੇ ਘਰ ਦੇ ਵਿੱਚ ਕੁਝ ਕੁ ਗਹਿਣੇ ਪਏ ਹੋਏ ਸਨ, ਉਹ ਘਰ ਵਿੱਚ ਇਹਨਾਂ ਦੀਆਂ ਘਰ ਵਾਲੀਆਂ ਦੇ ਕੁਝ ਥੋੜੇ ਬਹੁਤੇ ਜਿਹੜੇ ਗਹਿਣੇ ਸਨ। ਵੇਚ ਤਾਏ ਕੋ ਅਸਨ ਬਣਾਵਾ। ਉਹ ਗਹਿਣੇ ਲਏ ਘਰ ਵਿੱਚੋਂ ਤੇ ਲੈ ਕੇ ਉਹਨਾਂ ਨੂੰ ਬਾਜ਼ਾਰ ਵੇਚਿਆ, ਤੇ ਬਾਜ਼ਾਰ ਵੇਚ ਕੇ ਉਹਦੀਆਂ ਜਿਹੜੀਆਂ ਰਸਤਾਂ ਵਸਤਾਂ ਨੇ ਉਹ ਲਿਆ ਕਰਕੇ ਭੋਜਨ ਪ੍ਰਸ਼ਾਦ ਤਿਆਰ ਕਰਕੇ ਛਕਾਉਣਾ ਕੀਤਾ। ਸਭ ਸੰਗਤ ਕੋ ਘਰ ਅਚਵਾਵਾ। ਤੇ ਬੜੇ ਪ੍ਰੇਮ ਸਹਿਤ ਭੋਜਨ ਪ੍ਰਸ਼ਾਦ ਤਿਆਰ ਕਰਵਾਏ। ਹੁਣ ਮਨ ਵਿੱਚ ਇਹ ਨਹੀਂ ਸੋਚਿਆ ਕਿ ਜੇ ਘਰ ਵਿੱਚ ਨਹੀਂ ਤੇ ਅਸੀਂ ਕੀ ਛਕਾਈਏ, ਨਹੀਂ, ਮਨ ਵਿੱਚ ਸੇਵਾ ਭਾਵਨਾ ਬਣ ਗਈ, ਪ੍ਰੇਮ ਜਾਗ ਪਿਆ ਕਿ ਗੁਰੂ ਕੀਆਂ ਸੰਗਤਾਂ ਆਈਆਂ ਨੇ, ਘਰ ਦੇ ਗਹਿਣੇ ਵੇਚ ਦਿੱਤੇ, ਵੇਚ ਕੇ ਰਸਤਾਂ ਵਸਤਾਂ ਲਿਆ ਕਰਕੇ ਭੋਜਨ ਪ੍ਰਸ਼ਾਦ ਪ੍ਰੇਮ ਨਾਲ ਤਿਆਰ ਕਰਕੇ ਆਈਆਂ ਸੰਗਤਾਂ ਨੂੰ ਭੋਜਨ ਛਕਾਇਆ ਹੈ। ਅਗਲੇ ਦਿਵਸ ਹੇਤ ਨਹਿ ਰਹਿਓ। ਤੇ ਅਗਲੇ ਦਿਨ ਲਈ ਫਿਰ ਕੁਝ ਨਾ ਬਚਿਆ, ਕਿਉਂਕਿ ਜਿੰਨਾ ਕੋ ਗਹਿਣਿਆਂ ਤੋਂ ਧਨ ਮਿਲਿਆ ਉਹਦਾ ਰਸਤਾਂ ਵਸਤਾਂ ਲੈਂਦੀਆਂ ਸੰਗਤਾਂ ਬਹੁਤ ਜ਼ਿਆਦਾ ਸਨ, ਉਹ ਸਾਰਾ ਰਾਸ਼ਨ ਉਸ ਦਿਨ ਲੱਗ ਗਿਆ। ਇਸ ਕਰਕੇ ਅਗਲੇ ਦਿਨ ਵਾਸਤੇ ਕੁਝ ਨਹੀਂ ਬਚਿਆ। ਨੈ ਉਰ ਡੋਲੇ ਧੀਰਜ ਲਹਿਓ। ਪਰ ਇਹ ਦੋਵੇਂ ਗੁਰੂ ਕੇ ਸਿੱਖ ਡੋਲੇ ਨਹੀਂ, ਜਿਹਦੇ ਅੰਦਰ ਪੂਰਨ ਭਰੋਸਾ ਤੇ ਵਿਸ਼ਵਾਸ ਹੈ, ਉਹ ਕਦੀ ਵੀ ਗੁਰੂ ਕਾ ਸਿੱਖ ਕਦੀ ਨਹੀਂ ਡੋਲਦਾ। ਪੂਰਨ ਵਿਸ਼ਵਾਸ ਹੋਵੇ, ਭਰੋਸਾ ਹੋਵੇ। ਤੇ ਇਸ ਕਰਕੇ ਹੁਣ ਭਾਵੇਂ ਅਗਲੇ ਦਿਨ ਲਈ ਕੁਝ ਨਹੀਂ ਬਚਿਆ, ਫਿਰ ਵੀ ਇਹ ਦੋਵੇਂ ਭਰਾ ਡੋਲੇ ਨਹੀਂ, ਧੀਰਜ ਦੇ ਸਹਿਤ ਰਹੇ ਹਨ। ਵਹਿਰ ਭੂਮਿਕਾ ਜਬ ਹੀ ਗਇਓ। ਤੇ ਹੁਣ ਘਰ ਤੋਂ ਬਾਹਰ ਨਿਕਲੇ ਹਨ, ਬਾਹਰ ਇਲਾਕੇ ਵਿੱਚ ਗਏ। ਕਰ ਸੋ ਥਾਨ ਖਨਿਓ ਲਖ ਲਿਓ। ਤੇ ਜਦੋਂ ਬਾਹਰ ਕਿਤੇ ਇਲਾਕੇ ਵਿੱਚ ਨਿਕਲੇ, ਇੱਕ ਕਿਤੇ ਖਾਲੀ ਜਗ੍ਹਾ ਤੇ ਇਹਨਾਂ ਨੂੰ ਕੁਝ ਨਜ਼ਰ ਆਇਆ। ਇੱਕ ਬਾਸਨ ਦਿਨਾਰਨ ਭਰਿਓ। ਹੁਣ ਕੀ ਦੇਖਦੇ ਨੇ, ਉਹ ਜਗ੍ਹਾ ਤੇ ਜਦੋਂ ਵੇਖਿਆ ਕੁਝ ਥੋੜਾ ਜਿਹਾ ਨਜ਼ਰ ਆਇਆ ਤੇ ਇਹਨਾਂ ਨੇ ਉੱਥੋਂ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ। ਕੀ ਦੇਖਦੇ ਨੇ ਕਿ ਉੱਥੇ ਇੱਕ ਜਿਹੜਾ ਬਰਤਨ ਸੀ ਉਹ ਚਾਂਦੀ ਦੀਆਂ ਮੋਹਰਾਂ ਦਾ ਭਰਿਆ ਹੋਇਆ ਸੀ। ਤਹਿ ਨਿਕਾਸ ਕਰ ਲਿਆਵਨ ਕਰਿਓ। ਹੁਣ ਉਹਨੂੰ ਉੱਥੋਂ ਖੁਦਾਈ ਕਰਕੇ ਬਰਤਨ ਨੂੰ ਬਾਹਰ ਕੱਢਿਆ ਤੇ ਉਹ ਬਰਤਨ ਨੂੰ ਘਰ ਲੈ ਕੇ ਆਏ ਹਨ। ਕਰਜ ਉਤਾਰ ਵੀ ਭੂਖਨ ਸਾਰੇ। ਤੇ ਹੁਣ ਇਹ ਚਾਂਦੀ ਦੀਆਂ ਮੋਹਰਾਂ ਜਿਹੜੀਆਂ ਦਿਨਾਰਾਂ ਨਾਲੇ ਬਰਤਨ ਜਿਹੜਾ ਭਰਿਆ ਹੋਇਆ ਸੀ
ਉਹ ਵੇਚ ਕਰਕੇ ਜਿੰਨਾ ਕਰਜ਼ ਸੀ ਉਹ ਸਾਰਾ ਉਤਾਰ ਦਿੱਤਾ ਹੈ। ਕਰਵਾਏ ਸ਼ੁਭ ਕਰਤ ਆਹਾਰੇ, ਤੇ ਘਰ ਵਾਲੀਆਂ ਲਈ ਉਹਨਾਂ ਲਈ ਗਹਿਣੇ ਵੀ ਤਿਆਰ ਕਰਵਾ ਦਿੱਤੇ, ਕਿਉਂਕਿ ਜਿਹੜੇ ਥੋੜੇ ਬਹੁਤੇ ਸਨ ਉਹ ਵੇਚ ਕੇ ਆਈਆਂ ਸੰਗਤਾਂ ਨੂੰ ਭੋਜਨ ਪ੍ਰਸ਼ਾਦ ਛਕਾ ਦਿੱਤਾ। ਹੁਣ ਉਹਨਾਂ ਲਈ ਗਹਿਣੇ ਵੀ ਬਣਵਾ ਦਿੱਤੇ ਨੇ, ਕਰਜ਼ ਵੀ ਉਤਾਰ ਦਿੱਤਾ ਹੈ, ਤੇ ਬਹੁਤ ਖੁੱਲੇ ਲੰਗਰ ਚਲਾਏ, ਹੁਣ ਲੋੜਵੰਦਾਂ ਨੂੰ ਭੋਜਨ ਪ੍ਰਸ਼ਾਦ ਛਕਾਇਆ ਹੈ। ਦਿਓ ਦਰਬ ਪ੍ਰਭੂ ਨੇ ਇਮ ਜਾਨਾ, ਤੇ ਇਹ ਮਨ ਵਿੱਚ ਜਾਣਿਆ ਕਿ ਇਹ ਧਨ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਪਰਮੇਸ਼ਰ ਪ੍ਰਭੂ ਨੇ ਸਾਨੂੰ ਦਿੱਤਾ ਹੈ। ਇਹ ਨਹੀਂ ਕਿਹਾ ਕਿ ਅਸੀਂ ਜਾ ਕੇ ਲੱਭ ਕੇ ਲਿਆਏ ਆ ਜੀ, ਸਾਨੂੰ ਲੱਭਿਆ ਜਾਂ ਕੁਛ ਨਹੀਂ, ਮਨ ਵਿੱਚ ਇਹ ਜਾਣਿਆ ਕਿ ਸਤਿਗੁਰੂ ਜੀ ਨੇ ਦਇਆ ਕੀਤੀ ਹੈ, ਸਤਿਗੁਰੂ ਦੀ ਕਿਰਪਾ ਹੋਈ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਭੂ ਨੇ ਸਾਨੂੰ ਇਹ ਇੰਨਾ ਖੁੱਲਾ ਧਨ ਦਿੱਤਾ ਹੈ। ਵਸਤਰ ਆਹਾਰ ਦੀਨ ਗਨ ਦਾਨਾ, ਤੇ ਇਹਨਾਂ ਨੇ ਬਹੁਤ ਫਿਰ ਲੋੜਵੰਦਾਂ ਨੂੰ ਵਸਤਰ ਦਿੱਤੇ, ਬਹੁਤ ਜਿਹੜਾ ਦਾਨ ਅਨੇਕ ਪ੍ਰਕਾਰ ਦਾ ਕੀਤਾ ਹੈ। ਗੁਰਬਾਣੀ ਪਠ ਭਗਤ ਕਰਨ ਤੇ, ਹਰ ਰੋਜ਼ ਗੁਰੂ ਕੀ ਬਾਣੀ ਪ੍ਰੇਮ ਦੇ ਨਾਲ ਪੜ੍ਹਦੇ ਨੇ, ਭਗਤੀ ਦੇ ਵਿੱਚ ਜੁੜਦੇ ਹਨ, ਭਗਤੀ ਵਿੱਚ ਲੀਨ ਹੁੰਦੇ ਹਨ, ਪ੍ਰੇਮ ਨਾਲ ਗੁਰਬਾਣੀ ਪੜ੍ਹਦੇ ਹਨ। ਸ਼੍ਰੀ ਅਰਜਨ ਕੋ ਆਏ ਦਿਖੰਤੇ, ਤੇ ਫਿਰ ਜਦੋਂ ਸਮਾਂ ਬਣ ਆਉਂਦਾ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆ ਕੇ ਦਰਸ਼ਨ ਕਰਦੇ ਹਨ। ਸੁਨ ਸਤਿਗੁਰ ਨੇ ਧਨ ਬਿਰਤਾਂਤ, ਤੇ ਇੱਕ ਦਿਨ ਜਦੋਂ ਸਿੱਖ ਸੰਗਤਾਂ ਵਿੱਚ ਚੱਲ ਕੇ ਆਏ, ਇਹ ਜਿਹੜਾ ਧਨ ਮਿਲਣ ਦਾ ਬ੍ਰਿਤਾਂਤ ਸੀ, ਜਿਵੇਂ ਇਹਨਾਂ ਨੂੰ ਧਨ ਪ੍ਰਾਪਤ ਹੋਇਆ, ਉਹ ਸਿੱਖ ਸੰਗਤਾਂ ਨੇ ਸੁਣਿਆ ਹੈ। ਬਚਨ ਕਰਿਓ ਜੋ ਪੰਡਤ ਖਾਤ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਿ ਜਿਹੜਾ ਵੰਡ ਕੇ ਛਕਦਾ ਹੈ, ਗੁਰੂ ਕਾ ਸਿੱਖ ਕਿਰਤ ਕਮਾਈ ਕਰਦਾ ਹੋਇਆ, ਆਪਣੇ ਗ੍ਰਹਿਸਥ ਜੀਵਨ ਵਿੱਚ ਵਿਚਰਦਾ ਹੋਇਆ, ਜਿਹੜਾ ਵੰਡ ਕੇ ਛਕਦਾ ਹੈ, ਵਾਹਿਗੁਰੂ ਤਿਸ ਥੋੜਨ ਨਾ ਦੇਤ, ਸਰਬ ਪਦਾਰਥ ਹੋਤ ਨਿਕੇਤ। ਕਹਿਣ ਲੱਗੇ ਵਾਹਿਗੁਰੂ ਉਹਦੇ ਘਰ ਵਿੱਚ ਥੋੜ ਨਹੀਂ ਆਉਣ ਦਿੰਦਾ, ਜਿਹੜਾ ਵੰਡ ਕੇ ਛਕਣ ਦੀ ਬਿਰਤੀ ਰੱਖਦਾ ਨਾ, ਵੰਡ ਕੇ ਛਕਦਾ, ਵਾਹਿਗੁਰੂ ਉਹਦੇ ਘਰ ਦੇ ਵਿੱਚ ਕਦੀ ਵੀ ਤੋਟ ਨਹੀਂ ਆਉਣ ਦਿੰਦਾ, ਕਿਸੇ ਵਸਤੂ ਨੂੰ ਥੋੜਨ ਨਹੀਂ ਦਿੰਦਾ। ਸਰਬ ਪਦਾਰਥ ਹੋਤ ਨਕੇਤ, ਉਸ ਘਰ ਦੇ ਵਿੱਚ ਸਾਰੇ ਪਦਾਰਥ ਜਿਹੜੇ ਬਖਸ਼ ਦਿੰਦਾ ਹੈ, ਸਰਬ ਪਦਾਰਥਾਂ ਨਾਲ ਉਹਦਾ ਘਰ ਜਿਹੜਾ ਭਰਪੂਰ ਕਰ ਦਿੰਦਾ ਹੈ, ਜਿਹੜਾ ਵੰਡ ਕੇ ਛਕਣ ਦੀ ਬਿਰਤੀ ਰੱਖਦਾ ਹੈ। ਸਤਨਾਮ ਸਿਮਰਤ ਗਤ ਪਾਈ, ਇਹ ਜਿਹੜਾ ਸਤਨਾਮ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਹੈ, ਸਤਨਾਮ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਅੰਤ ਸਮੇਂ ਗੁਰ ਭਏ ਸਹਾਈ, ਤੇ ਐਸੇ ਮਨੁੱਖ ਦੇ ਫਿਰ ਅੰਤ ਸਮੇਂ ਗੁਰੂ ਆਪ ਸਹਾਈ ਹੁੰਦੇ ਹਨ। ਦੋਹਰਾ ਚਿੰਗਰਣ ਉਤੇ ਸੁਜਾਤ ਕੇ, ਬਾਲਾ ਕਿਸ਼ਨਾ ਨਾਮ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੇਅੰਤ ਗੁਰੂ ਕੇ ਸਿੱਖ ਆਉਂਦੇ ਨੇ, ਜਿੰਨੇ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਨੂੰ ਸੁਣਦੇ, ਮਹਿਮਾ ਸੁਣਦਿਆਂ ਕਿ ਗੁਰੂ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕੋਲ ਜੋ ਵੀ ਮਨੁੱਖ ਚੱਲ ਕੇ ਜਾਂਦਾ ਹੈ, ਉਹਨਾਂ ਦੀ ਸਿੱਖੀ ਨੂੰ ਧਾਰਨ ਕਰਦਾ ਹੈ, ਉਪਦੇਸ਼ ਦੀ ਕਮਾਈ ਕਰਦਾ, ਉਹ ਜੀਵਨ ਮੁਕਤ ਹੋ ਜਾਂਦਾ ਹੈ, ਜੀਵਨ ਅੰਦਰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਤੇ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਗੁਰੂ ਕੇ ਸਿੱਖ ਬਣਦੇ, ਗੁਰੂ ਉਪਦੇਸ਼ ਦੀ ਕਮਾਈ ਕਰਦੇ। ਇਸੇ ਤਰ੍ਹਾਂ ਇੱਕ ਦਿਨ ਦੋ ਭਾਈ ਬਾਲਾ ਤੇ ਕਿਸ਼ਨਾ ਨਾਮ ਦੇ, ਜੋ ਸ਼੍ਰਿੰਗਣ ਜਾਤ ਦੇ ਵਿੱਚੋਂ ਸਨ, ਸੰਸਕ੍ਰਿਤ ਵਿਦਿਆ ਵਿਖੇ ਪੰਡਿਤ ਬਾਟੇ ਅਭਿਰਾਮ। ਸੰਸਕ੍ਰਿਤ ਦੀ ਵਿਦਿਆ ਜਿਨ੍ਹਾਂ ਨੇ ਪ੍ਰਾਪਤ ਕੀਤੀ ਸੀ ਤੇ ਬੜੇ ਗਿਆਨਵਾਨ ਪੰਡਤ ਸਨ, ਸੰਸਕ੍ਰਿਤ ਦੀ ਵਿਦਿਆ ਦੇ ਵਿੱਚ ਬੜੇ ਨਿਪੁੰਨ ਸਨ। ਜੋ ਪਈ ਸੋ ਜਬ ਕਥਾ ਕਰਤ ਨਰ ਮਾਈ, ਤੇ ਜਦੋਂ ਜਿੱਥੇ ਕਿਤੇ ਕੁਝ ਮਨੁੱਖਾਂ ਦੇ ਵਿੱਚ ਬੈਠ ਕੇ ਕਥਾ ਕਰਦੇ ਸਨ, ਸੋਨੇ ਬ੍ਰਿੰਦ ਉਰ ਹਰਖ ਉਪਾਈ,
ਤੇ ਜਿੰਨੇ ਵੀ ਲੋਕ ਇਹਨਾਂ ਦੇ ਕੋਲੋਂ ਕਥਾ ਸੁਣਦੇ ਉਹ ਸੁਣ ਕੇ ਬਹੁਤ ਹਿਰਦੇ ਅੰਦਰ ਪ੍ਰਸੰਨ ਹੁੰਦੇ। ਆਚੀ ਰੀਤ ਸੁਨਾਵਨ ਕਰਹੀ, ਬੜੀ ਚੰਗੀ ਰੀਤੀ ਦੇ ਨਾਲ, ਚੰਗੀ ਵਿਧੀ ਨਾਲ, ਚੰਗੀ ਤਰ੍ਹਾਂ ਬਣਾ ਕੇ ਇਹ ਕਥਾ ਸਰਵਣ ਕਰਵਾਉਂਦੇ। ਰੀਜੇ ਸਗਰੇ ਸੁਜਸ ਉਚਰਹੀ, ਤੇ ਸਾਰੇ ਬੜੇ ਰੀਝ ਕੇ ਇਹਨਾਂ ਦੇ ਕੋਲੋਂ ਕਥਾ ਸੁਣਦੇ ਤੇ ਕਥਾ ਸੁਣ ਕੇ ਇਹਨਾਂ ਦਾ ਸੁਜਸ ਕਰਦੇ ਕਿ ਭਾਈ ਇਹ ਦੋਵੇਂ ਬਹੁਤ ਸੁੰਦਰ ਕਥਾ ਕਰਦੇ ਨੇ, ਬੜਾ ਰਸ ਆਉਂਦਾ। ਇਸ ਪ੍ਰਕਾਰ ਦੇ ਨਾਲ ਇਹਨਾਂ ਦਾ ਸੁਜਸ ਕਰਦੇ। ਤਿਨੋ ਪਿਖੇ ਸਿੱਖ ਜਾਤ ਕਨੇਰੇ, ਤੇ ਇਹਨਾਂ ਨੇ ਵੇਖਿਆ ਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਬੇਅੰਤ ਸਿੱਖ ਜਿਹੜੇ ਉਹ ਚੱਲ ਕੇ ਜਾਂਦੇ ਹਨ। ਬਾਛਤ ਪਾਏ ਗੁਰੂ ਮੁਖ ਹੇਰੇ, ਤੇ ਗੁਰੂ ਦੇ ਦਰਸ਼ਨ ਕਰਕੇ ਮਨ ਬਾਸ਼ਤ ਫਲ ਪ੍ਰਾਪਤ ਕਰਦੇ ਨੇ। ਇਹਨਾਂ ਨੇ ਜਾਣਿਆ, ਵਿਚਾਰਿਆ, ਦੇਖਿਆ ਕਿ ਬੜੇ ਜਿੰਨੇ ਵੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਿਮਾ ਸੁਣਦੇ ਨੇ, ਬੜੇ ਲੋਕ ਜਾ ਕੇ ਉਹਨਾਂ ਦੇ ਸਿੱਖ ਬਣਦੇ ਨੇ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਨ ਇੱਛਤ ਫਲ ਜਿਹੜੇ ਨੇ ਉਹ ਪ੍ਰਾਪਤ ਕਰਦੇ ਹਨ। ਸੁਨ ਉਪਦੇਸ਼ ਤਿਆਗ ਲੱਭ ਰੋਸ, ਤੇ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਮਨ ਦੇ ਅੰਦਰੋਂ ਲਾਲਚ ਤੇ ਗੁੱਸਾ ਜਿਹੜਾ ਹੈ ਇਹਨੂੰ ਤਿਆਗ ਦਿੰਦੇ ਹਨ। ਧਰੇ ਹਿਰਦੇ ਮੈਂ ਸਤ ਸੰਤੋਸ਼, ਤੇ ਹਿਰਦੇ ਦੇ ਅੰਦਰ ਸੰਤੋਖ ਦੀ ਬਿਰਤੀ ਨੂੰ ਧਾਰਨ ਕਰਦੇ ਨੇ। ਜਿਹੜੇ ਵੀ ਸਤਿਗੁਰੂ ਜੀ ਕੋਲ ਚੱਲ ਕੇ ਜਾਂਦੇ ਨੇ, ਸਤਿਗੁਰੂ ਜੀ ਦੇ ਦੀਦਾਰ ਕਰਦੇ ਨੇ, ਉਹ ਆਪਣੇ ਅੰਦਰੋਂ ਲਾਲਚ ਜਿਹੜਾ ਉਹ ਲਾਲਚ ਦੀ ਬਿਰਤੀ ਤਿਆਗ ਦਿੰਦੇ ਨੇ, ਕ੍ਰੋਧ ਨੂੰ ਤਿਆਗ ਦਿੰਦੇ ਨੇ ਤੇ ਸੰਤੋਖੀ ਬਣ ਕੇ ਜੀਵਨ ਬਤੀਤ ਕਰਦੇ ਨੇ, ਸੰਤੋਖ ਦੀ ਬਿਰਤੀ ਨੂੰ ਧਾਰਨ ਕਰਦੇ ਹਨ। ਇਤਿਆਦਕ ਗੁਣ ਹਿਰਦੇ ਵਿਚਾਰੇ, ਇਸ ਪ੍ਰਕਾਰ ਦੇ ਨਾਲ ਬੇਅੰਤ ਗੁਣ ਜਿਹੜੇ ਨੇ ਉਹ ਵਿਚਾਰਦੇ ਹਨ। ਗੁਰ ਦਰਸ਼ਨ ਕੇ ਹੇਤ ਸਿਧਾਰੇ, ਤੇ ਇਹ ਵਿਚਾਰ ਕਰਕੇ ਇੱਕ ਦਿਨ ਦੋਵੇਂ ਜਣੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ। ਸ਼੍ਰੀ ਅਰਜਨ ਕੇ ਟਿਕ ਚੱਲ ਆਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਪਹੁੰਚੇ ਹਨ। ਨਮੋ ਠਾਨ ਬੈਠੇ ਸਮੁਹਾਏ, ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਆ ਕੇ ਨਮਸਕਾਰ ਕੀਤੀ। ਨਮਸਕਾਰ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਬੈਠ ਗਏ। ਬੋਲੇ ਬਹੁਰ ਆਪ ਸਤਿਗੁਰ ਹੋ, ਫਿਰ ਬੋਲੇ, ਕਹਿਣ ਲੱਗੇ ਆਪ ਵੱਡੇ ਸਤਿਗੁਰੂ ਹੋ। ਉਪਦੇਸ਼ ਗੁਣ ਸਿੱਖਨ ਉਰ ਹੋ, ਤੇ ਆਪ ਉਪਦੇਸ਼ ਦੇ ਕੇ ਬੇਅੰਤ ਗੁਣ ਸਿੱਖਾਂ ਦੇ ਜੀਵਨ ਅੰਦਰ ਭਰਨ ਵਾਲੇ ਹੋ, ਬੇਅੰਤ ਗੁਣਾਂ ਨੂੰ ਬਖਸ਼ਿਸ਼ ਕਰਨ ਵਾਲੇ ਹੋ। ਖਸ਼ਟ ਸ਼ਾਸਤਰਨ ਮਤ ਕੋ ਜਾਣੇ, ਤੇ ਸਤਿਗੁਰੂ ਪਾਤਸ਼ਾਹ ਜੀ ਅਸੀਂ 6 ਸ਼ਾਸਤਰਾਂ ਦਾ ਜਿਹੜਾ ਸਿਧਾਂਤ ਹੈ, ਗਿਆਨ ਹੈ, ਉਹਦੇ ਬਾਬਤ ਚੰਗੀ ਤਰ੍ਹਾਂ ਜਾਣਦੇ ਹਾਂ। ਕਥਾ ਪੁਰਾਨ ਮਹਾਨ ਬਖਾਨੇ, ਤੇ ਪੁਰਾਣ ਆਦਿਕ ਜਿਹੜੇ ਗ੍ਰੰਥ ਨੇ, ਧਾਰਮਿਕ ਜਿਹੜੇ ਗ੍ਰੰਥ ਨੇ, ਉਹਨਾਂ ਦੀ ਕਥਾ ਵੀ ਅਸੀਂ ਕਰਦੇ ਹਾਂ। ਬੜੀਆਂ ਲੰਮੀਆਂ ਜਿਹੜੀਆਂ ਕਥਾਵਾਂ ਨੇ ਉਹ ਅਸੀਂ ਸਰਵਣ ਕਰਵਾਉਂਦੇ ਹਾਂ। ਸ਼ਰੋਤਾ ਕੋ ਹਮ ਦੇਤ ਰਿਝਾਏ, ਤੇ ਜਿਹੜੇ ਸੁਣਨ ਵਾਲੇ ਸਰੋਤੇ ਨੇ, ਸਰੋਤੇ ਸਾਡੇ ਕੋਲੋਂ ਕਥਾ ਸੁਣਦੇ ਨੇ, ਉਹਨਾਂ ਨੂੰ ਸੁਣੀ ਰਜ਼ਾ ਦਿੰਦੇ ਆ, ਭਾਵ ਪ੍ਰਸੰਨ ਕਰ ਦਿੰਦੇ ਹਾਂ। ਸਰਬ ਪ੍ਰਸੰਨੇ ਸੁਜਸ ਅਲਾਏ, ਤੇ ਜਦੋਂ ਸਾਡੇ ਕੋਲੋਂ ਸਰੋਤੇ ਕਥਾ ਸੁਣਦੇ ਨੇ, ਸੁਣ ਕੇ ਪ੍ਰਸੰਨ ਹੁੰਦੇ ਹਨ, ਪ੍ਰਸੰਨ ਹੋ ਕੇ ਫਿਰ ਸਾਡਾ ਉਹ ਸੁਜਸ ਕਰਦੇ ਹਨ। ਤਉ ਹਮਾਰੇ ਮਨ ਮੈਂ ਸ਼ਾਂਤ, ਪਰ ਸਤਿਗੁਰੂ ਪਾਤਸ਼ਾਹ ਜੀ ਸਾਡੇ ਮਨ ਅੰਦਰ ਫਿਰ ਵੀ ਸ਼ਾਂਤੀ ਨਹੀਂ। ਸ਼ਾਂਤੀ ਤੋਂ ਸਖਣੇ ਆ, ਭਾਵੇਂ ਕਿ 6 ਸ਼ਾਸਤਰਾਂ ਦਾ ਸਾਨੂੰ ਗਿਆਨ ਪ੍ਰਾਪਤ ਹੈ, ਕਥਾ ਆਦਿਕ ਅਸੀਂ ਕਰਦੇ ਹਾਂ, ਬੜੀ ਕਥਾ ਕਰਕੇ ਅਸੀਂ ਪ੍ਰਸੰਨ ਕਰ ਦਿੰਦੇ ਹਾਂ, ਸੁਣਨ ਵਾਲਿਆਂ ਨੂੰ ਰਿਝਾ ਦਿੰਦੇ ਹਾਂ, ਖੁਸ਼ ਕਰ ਦਿੰਦੇ ਹਾਂ, ਪਰ ਇੰਨਾ ਕੁਝ ਕਰਨ ਦੇ ਨਾਲ ਵੀ ਸਾਡੇ ਮਨ ਅੰਦਰ ਸ਼ਾਂਤੀ ਨਹੀਂ ਹੈ। ਨੈ ਉਪਜਤ ਹੋਏ ਮਤ ਅਵਦਾਤ, ਤੇ ਇਸ ਕਰਕੇ ਉਜਲ ਬੁੱਧ ਹੋ ਕੇ ਸ਼ਾਂਤੀ ਨਹੀਂ ਪੈਦਾ ਹੁੰਦੀ।
ਇਹ ਸਾਰਾ ਕੁਝ ਕਰਕੇ ਵੀ ਸ਼ਾਂਤੀ ਤੋਂ ਸਖਣੇ ਹਾਂ। ਸਿੱਖ ਆਪ ਕੇ ਸ਼ਾਂਤੀ ਪਾਏ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਸਿੱਖ ਜਿਹੜੇ ਬਣਦੇ ਨੇ, ਆਪ ਜੀ ਦੀ ਸਿੱਖੀ ਧਾਰਨ ਕਰਦੇ ਨੇ, ਆਪ ਜੀ ਦੀ ਸਿੱਖੀ ਨੂੰ ਧਾਰਨ ਕਰਕੇ ਉਹ ਸ਼ਾਂਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਅਜਮਤ ਜੁਤ ਲੈ ਗੁਣ ਸਮੁਦਾਏ। ਤੇ ਸਾਰੇ ਜਿਹੜੇ ਸ਼ਕਤੀ ਦੇ ਸਾਰੀਆਂ ਸ਼ਕਤੀਆਂ ਨੂੰ, ਗਿਆਨ ਨੂੰ, ਜਿਹੜੇ ਗੁਣ ਨੇ, ਚੰਗੇ ਸ੍ਰੇਸ਼ਟ ਗੁਣ ਨੇ, ਉਹਨਾਂ ਦੇ ਧਾਰਨੀ ਬਣ ਜਾਂਦੇ ਨੇ, ਸ੍ਰੇਸ਼ਟ ਗੁਣ ਧਾਰਨ ਕਰ ਲੈਂਦੇ ਨੇ, ਗਿਆਨਵਾਨ ਹੋ ਜਾਂਦੇ ਹਨ। ਕਿਰਪਾ ਕਰੋ ਇਹ ਭੇਦ ਬਤਾਵੋ। ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ। ਕਥਾ ਅਸੀਂ ਵੀ ਬਹੁਤ ਕਰਦੇ ਹਾਂ, ਬੜੇ ਸੰਗਤਾਂ ਨੂੰ ਵੀ, ਪਰ ਸੁਣਨ ਵਾਲਿਆਂ ਨੂੰ ਪ੍ਰਸੰਨ ਵੀ ਕਰਦੇ ਹਾਂ, ਗਿਆਨ ਵੀ ਬੜਾ ਹੈ ਸਾਡੇ ਕੋਲ, ਪਰ ਇਹ ਸਾਰਾ ਕੁਝ ਤੋਂ ਅਸੀਂ ਸਖਣੇ ਆ। ਨਾ ਸਾਡੇ ਹਿਰਦੇ ਅੰਦਰ ਸੰਤੋਖ ਬਣਦਾ ਹੈ, ਨਾ ਸ਼ਾਂਤੀ ਆਉਂਦੀ ਹੈ, ਤੇ ਨਾ ਚੰਗੇ ਸ਼ੁਭ ਗੁਣ ਜਿਹੜੇ ਨੇ ਉਹ ਅੰਦਰ ਟਿਕਦੇ ਨੇ। ਇਸ ਕਰਕੇ ਆਪ ਜੀ ਦੇ ਸਿੱਖ ਹੀ ਸਾਰਾ ਕੁਝ ਆਪ ਜੀ ਕੋਲੋਂ ਪ੍ਰਾਪਤ ਕਰ ਲੈਂਦੇ ਨੇ। ਸ਼ਾਂਤੀ ਵੀ ਉਹਨਾਂ ਕੋਲ ਹੈ, ਹਿਰਦੇ ਅੰਦਰ ਸੰਤੋਖੀ ਬਿਰਤੀ ਦੇ ਵੀ ਧਾਰਨੀ ਨੇ, ਗਿਆਨਵਾਨ ਵੀ ਨੇ, ਸ੍ਰੇਸ਼ਟ ਚੰਗੇ ਗੁਣਾਂ ਦੇ ਧਾਰਨੀ ਨੇ। ਇਸ ਕਰਕੇ ਸਤਿਗੁਰੂ ਜੀ ਇਹ ਭੇਦ ਦੱਸੋ ਕਿ ਕਿਹੜਾ ਭੇਦ ਹੈ, ਕੀ ਕਾਰਨ ਹੈ? ਉਹ ਭੇਦ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ। ਹਿਰਦੇ ਹਮਾਰੇ ਸ਼ਾਂਤ ਉਪਾਵੋ। ਤੇ ਸਾਡੇ ਹਿਰਦੇ ਅੰਦਰ ਵੀ ਸ਼ਾਂਤੀ ਆ ਜਾਵੇ। ਆਪ ਕਿਰਪਾ ਕਰੋ ਪਾਤਸ਼ਾਹ, ਜਿਸ ਤਰ੍ਹਾਂ ਆਪ ਆਪਣੇ ਸਿੱਖਾਂ ਤੇ ਕਿਰਪਾ ਕਰਦੇ ਹੋ, ਉਸੇ ਤਰ੍ਹਾਂ ਸਾਡੇ ਤੇ ਵੀ ਕਿਰਪਾ ਕਰੋ ਕਿ ਸਾਡੇ ਹਿਰਦੇ ਅੰਦਰ ਵੀ ਸ਼ਾਂਤੀ ਆ ਜਾਵੇ। ਸੁਨ ਸ਼੍ਰੀ ਮੁਖ ਤੇ ਪਾਕ ਬਖਾਨਾ। ਤੇ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਪਾਵਨ ਮੁਖ ਤੋਂ ਬੋਲੇ, ਕਹਿਣ ਲੱਗੇ, ਮਨ ਕਾਰਨ ਗੁਣ ਅਵਗੁਣ ਜਾਨਾ। ਮਨ ਜਿਹੜਾ ਹੈ ਇਹਨੂੰ ਗੁਣਾ ਤੇ ਔਗੁਣਾ ਦਾ ਕਾਰਨ ਜਾਣੋ। ਸਾਡਾ ਮਨ ਹੀ ਹੈ ਜਿਹੜਾ ਔਗੁਣਾ ਵਾਲੇ ਪਾਸੇ ਨੂੰ ਦੌੜਦਾ ਹੈ, ਤੇ ਮਨ ਹੀ ਹੈ ਜਿਹੜਾ ਗੁਣਾ ਵਾਲੇ ਪਾਸੇ ਨੂੰ ਜਾਂਦਾ। ਇਸ ਕਰਕੇ ਗੁਣ ਤੇ ਅਵਗੁਣ ਦਾ ਜਿਹੜਾ ਕਾਰਨ ਹੈ ਉਹ ਮਨ ਨੂੰ ਹੀ ਜਾਣਨਾ ਕਰੋ। ਵਿਦਿਆ ਪਠਨ ਲਗੇ ਤੁਮ ਜਬ ਤੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਤੋਂ ਤੁਸੀਂ ਵਿਦਿਆ ਪੜਨ ਵਿੱਚ ਲੱਗੇ ਹੋ, ਮਨ ਤ੍ਰਿਸ਼ਨਾ ਉਪਜਾਇਸ ਤਬ ਤੇ। ਤੁਹਾਡੇ ਮਨ ਅੰਦਰ ਤਾਂ ਉਦੋਂ ਤੋਂ ਹੀ ਤ੍ਰਿਸ਼ਨਾ ਬਣ ਗਈ। ਵਿਦਿਆ ਪੜ੍ਹਨੀ ਜਦੋਂ ਸ਼ੁਰੂ ਕੀਤੀ ਤੇ ਵਿਦਿਆ ਪੜਨ ਸਮੇਂ ਤੁਸੀਂ ਤ੍ਰਿਸ਼ਨਾ ਜਿਹੜੀ ਸੀ ਉਹ ਮਨ ਅੰਦਰ ਧਾਰਨ ਕਰ ਲਈ। ਬਹੁ ਵਿਦਿਆ ਹਮ ਪਠੇ ਬਣਾਏ। ਅਸੀਂ ਬਹੁਤ ਵਿਦਿਆ ਪੜਾਂਗੇ, ਬਹੁਤ ਸਾਰੀ ਵਿਦਿਆ ਨੂੰ ਧਾਰਨ ਕਰਾਂਗੇ। ਦਰਬ ਸਮੂਲ ਲੈ ਉਪਜਾਏ। ਤੇ ਬਹੁਤ ਵਿਦਿਆ ਪੜ ਕੇ ਅਸੀਂ ਫਿਰ ਬਹੁਤ ਧਨ ਪ੍ਰਾਪਤ ਕਰਾਂਗੇ। ਹੁਣ ਵਿਦਿਆ ਤਾਂ ਪੜ੍ਹਨੀ ਸੀ ਗਿਆਨ ਲੈਣ ਵਾਸਤੇ। ਗਿਆਨ ਆਉਂਦਾ ਫਿਰ ਮਨ ਅੰਦਰ ਸੰਤੋਖ ਆਉਂਦਾ, ਸ਼ਾਂਤੀ ਆਉਂਦੀ, ਸ਼ੁਭ ਗੁਣ ਆਉਂਦੇ। ਪਰ ਮਨ ਅੰਦਰ ਤਾਂ ਧਾਰਨ ਕਰ ਲਿਆ ਕਿ ਅਸੀਂ ਬਹੁਤ ਵਿਦਿਆ ਪੜ੍ਹ ਕੇ, ਵੇਦਾਂ ਦਾ ਗਿਆਨ ਹਾਸਲ ਕਰਕੇ, ਸ਼ਾਸਤਰਾਂ ਨੂੰ, ਸਿਮਰਤਿਆਂ ਨੂੰ ਪੜ੍ਹ ਕੇ, ਤੇ ਅਸੀਂ ਇਹ ਵਿਦਿਆ ਗ੍ਰਹਿਣ ਕਰਕੇ ਧਨ ਕਮਾਉਣਾ ਹੈ। ਬਹੁਤ ਧਨ ਜਿਹੜਾ ਅਸੀਂ ਪ੍ਰਾਪਤ ਕਰਨਾ ਹੈ। ਡੇਢ ਸੰਕਲਪ ਤਥਾ ਹੀ ਰਹਿਓ। ਤੇ ਜਿਹੜਾ ਉਹ ਸੰਕਲਪ ਸੀ ਤੁਹਾਡੇ ਮਨ ਅੰਦਰ, ਫਿਰ ਉਸੇ ਤਰ੍ਹਾਂ ਹੀ ਉਹ ਬਣਿਆ ਰਿਹਾ। ਕਰ ਕਰ ਕਥਾ ਦਰਬ ਹੀ ਲਇਓ। ਕਥਾ ਤੁਸੀਂ ਬਹੁਤ ਕੀਤੀ, ਕਥਾ ਕਰਕੇ ਤੁਸੀਂ ਸਾਰਿਆਂ ਨੂੰ ਖੁਸ਼ ਵੀ ਬੜਾ ਕਰਦੇ ਰਹੇ, ਪਰ ਕਥਾ ਕੇਵਲ ਤੁਸੀਂ ਧਨ ਪ੍ਰਾਪਤ ਕਰਨ ਲਈ ਕਰਦੇ ਰਹੇ। ਬੜੀ ਬੜੀ ਕਥਾ ਕਰਕੇ ਕੀਤਾ ਕਿ ਸਿਰਫ ਕੇਵਲ ਤੁਸੀਂ ਧਨ ਹੀ ਪ੍ਰਾਪਤ ਕੀਤਾ, ਧਨ ਹੀ ਇਕੱਠਾ ਕੀਤਾ। ਨਿਜ ਮਨ ਕੇ ਸਮਝਾਵਨ ਕਾਰਨ। ਪਰ ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ। ਆਪਣੇ ਮਨ ਨੂੰ ਸਮਝਾਉਣ ਵਾਸਤੇ ਤੁਸੀਂ ਗਿਆਨ ਨੂੰ ਨਹੀਂ ਵਿਚਾਰਿਆ, ਆਪਣੇ ਮਨ ਨੂੰ ਸਮਝਾਉਣ ਵਾਸਤੇ ਨਹੀਂ ਤੁਸੀਂ ਪੜਿਆ। ਹੋਰਾਂ ਨੂੰ ਉਪਦੇਸ਼ ਕਰਨ ਵਾਸਤੇ ਤਾਂ ਤੁਸੀਂ ਪੜ੍ਹਾਈ ਕੀਤੀ, ਵਿਦਿਆ ਗ੍ਰਹਿਣ ਕੀਤੀ। ਆਪ ਤਾਂ ਕੇਵਲ ਧਨ ਦਾ ਹੀ ਬਿਰਤੀ ਬਣਾ ਕੇ ਰੱਖੀ ਅੰਦਰ ਕਿ ਧਨ, ਸਾਨੂੰ ਤਾਂ ਧਨ ਚਾਹੀਦਾ। ਹੋਰਾਂ ਨੂੰ ਉਪਦੇਸ਼ ਦਿੰਦੇ ਰਹੇ, ਪਰ ਉਹ ਉਪਦੇਸ਼ ਆਪਣੇ ਹਿਰਦੇ ਵਿੱਚ ਨਹੀਂ ਕਮਾਇਆ। ਆਪਣੇ ਮਨ ਨੂੰ ਸਮਝਾਉਣ ਵਾਸਤੇ ਜਿਹੜਾ ਹੈ ਉਹ ਗਿਆਨ ਦੇ ਵਿਚਾਰ ਨਹੀਂ ਕੀਤੇ। ਪੱਟੀ ਨਾ ਵਿਦਿਆ ਕੀਏ ਨਾ ਵਿਚਾਰਨ। ਮਨ ਨੂੰ ਸਮਝਾਉਣ ਲਈ ਨਾ ਤੁਸੀਂ ਵਿਦਿਆ ਪੜ੍ਹੀ,
ਤੇ ਨਾ ਹੀ ਪੜ੍ਹ ਕੇ ਕਿਸੇ ਸ਼ਾਸਤਰ ਵੇਦਾਂ ਦਾ ਅਭਿਆਸ ਤੁਸੀਂ ਬਹੁਤ ਕਰ ਲਿਆ, ਪਰ ਉਹਨਾਂ ਨੂੰ ਵਿਚਾਰਿਆ ਨਹੀਂ, ਨਾ ਉਹਨਾਂ ਨੂੰ ਵਿਚਾਰਿਆ, ਨਾ ਆਪਣੇ ਮਨ ਨੂੰ ਸਮਝਾਉਣ ਲਈ ਵਿਦਿਆ ਪੜ੍ਹੀ। ਕਥਾ ਕਰਤ ਤਨ ਮੈਂ ਮਨ ਤੇ ਰਹੇ। ਜਦੋਂ ਵੀ ਕਥਾ ਕਰਦੇ, ਜਿੱਥੇ ਵੀ ਜਾ ਕੇ ਕਥਾ ਕਰਦੇ, ਮਨ ਅੰਦਰ ਤਾਂ ਇੱਕੋ ਗੱਲ ਬਣੀ ਰਹਿੰਦੀ ਕਿ ਧਨ ਕਿੰਨਾ ਕੁ ਆ ਗਿਆ ਤੇ ਕਿੰਨਾ ਕੁ ਚਾਹੀਦਾ। ਮਨ ਅੰਦਰ ਤਾਂ ਧਨ ਪ੍ਰਾਪਤ ਕਰਨ ਦੀ ਲਾਲਸਾ ਬਣੀ ਰਹੀ। ਇਸ ਕਰਕੇ ਜਦੋਂ ਵੀ ਕਥਾ ਕਰਦੇ, ਮਨ ਜਿਹੜਾ ਹੈ ਉਹ ਧਨ ਦੇ ਵਿੱਚ ਹੀ ਰਹਿੰਦਾ ਹੈ। ਕਿਮ ਸ਼ਾਂਤੀ ਗੁਣ ਗਨ ਕੋ ਲਹੇ। ਤੇ ਮਨ ਅੰਦਰ ਸ਼ਾਂਤੀ ਕਿਵੇਂ ਆਉਂਦੀ ਤੇ ਸ੍ਰੇਸ਼ਟ ਗੁਣ ਕਿਵੇਂ ਆਉਂਦੇ? ਮਨ ਅੰਦਰ ਤਾਂ ਜਿਹੜੀ ਚੀਜ਼ ਚਾਹੀਦੀ ਸੀ, ਮਨ ਮੰਗ ਰਿਹਾ ਸੀ, ਉਹੀ ਮਿਲਣੀ ਸੀ ਨਾ। ਮਨ ਤਾਂ ਮੰਗ ਰਿਹਾ ਕਿ ਬਹੁਤ ਧਨ ਆ ਜਾਵੇ, ਬੜਾ ਧਨ ਪ੍ਰਾਪਤ ਕਰ ਲਈਏ, ਬੜੇ ਧਨਵਾਨ ਬਣ ਜਾਈਏ। ਹੁਣ ਮਨ ਅੰਦਰ ਧਨ ਪ੍ਰਾਪਤ ਕਰਨ ਦੀ ਬਿਰਤੀ ਧਾਰਨ ਕੀਤੀ ਹੋਈ ਸੀ, ਇਸ ਕਰਕੇ ਉੱਥੇ ਸ਼ਾਂਤੀ ਕਿਵੇਂ ਆਉਂਦੀ? ਉੱਥੇ ਸ੍ਰੇਸ਼ਟ ਸ਼ੁਭ ਗੁਣ ਜਿਹੜੇ ਨੇ ਉਹ ਕਿਵੇਂ ਆਉਂਦੇ? ਅਬ ਤੋ ਕਰੋ ਅਗਾਰੀ ਐਸੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਅੱਗੇ ਤੋਂ ਹੁਣ ਜਿਵੇਂ ਅਸੀਂ ਕਹਿੰਨੇ ਆ ਉਸੇ ਤਰ੍ਹਾਂ ਕਰੋ। ਅੱਜ ਆਪਾਂ ਦੇਖਦੇ ਹਾਂ ਕਿ ਬੜੇ ਬੜੇ ਧਨਵਾਨ ਲੋਕ, ਬੜੇ ਬੜੇ ਅਮੀਰ ਲੋਕ ਨੇ, ਰਾਜ ਭਾਗ ਭੋਗਣ ਵਾਲੇ ਲੋਕ ਵੀ, ਉਹਨਾਂ ਦੇ ਮਨਾਂ ਅੰਦਰ ਵੀ ਸ਼ਾਂਤੀ ਨਹੀਂ, ਉਹਨਾਂ ਨੂੰ ਵੀ ਭਟਕਣਾ ਲੱਗੀ ਹੋਈ ਹੈ। ਉਹ ਵੀ ਸ਼ਾਂਤੀ ਤੋਂ ਸਖਣੇ ਨੇ, ਸੰਤੋਖ ਤੋਂ ਸਖਣੇ ਨੇ, ਸ਼ੁਭ ਗੁਣਾ ਤੋਂ ਸਖਣੇ ਨੇ। ਧਨ ਦੇ ਨਾਲ ਕਿਉਂਕਿ ਜਿੰਨੀ ਤ੍ਰਿਸ਼ਨਾ ਵਧੇਗੀ ਤੇ ਉਨੇ ਹਿਰਦੇ ਅੰਦਰ ਅਸ਼ਾਂਤੀ ਵੀ ਬਣੇਗੀ, ਸ਼ਾਂਤੀ ਖਤਮ ਹੋਵੇਗੀ। ਸਬਰ ਤੇ ਸੰਤੋਖ ਜਦੋਂ ਨਹੀਂ ਰਹੇਗਾ ਤੇ ਫਿਰ ਉਹਦੇ ਨਾਲ ਮਨ ਦੀ ਕਲਪਨਾ ਜਿਹੜੀ ਉਹ ਜ਼ਿਆਦਾ ਵਧੇਗੀ। ਇਸ ਕਰਕੇ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੰਤੋਖ ਤੋਂ ਬਿਨਾਂ ਮਨੁੱਖ ਨਹੀਂ ਰਜ ਸਕਦਾ। ਇਸ ਕਰਕੇ ਸੰਤੋਖੀ ਬ੍ਰਿਥੀ ਜਿਹੜੀ ਹੈ ਉਹਦੇ ਜੀਵਨ ਅੰਦਰ ਆਨੰਦ ਹੈ, ਉਹਦੇ ਜੀਵਨ ਅੰਦਰ ਸੁਖ ਹੈ, ਉਹਦੇ ਜੀਵਨ ਅੰਦਰ ਸ਼ਾਂਤੀ ਹੈ, ਕਿਉਂਕਿ ਉਹਦੇ ਜੀਵਨ ਅੰਦਰ ਭਟਕਣਾ ਨਹੀਂ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਜੋ ਹੁਣ ਅਸੀਂ ਕਹਿ ਰਹੇ ਹਾਂ ਉਸ ਮੁਤਾਬਕ ਅੱਗੇ ਤੋਂ ਕਰੋ। ਸਮਝਾਵਨ ਹਿਤ ਲੋਕਨ ਜੈਸੇ। ਇਸ ਲੋਕਾਂ ਨੂੰ ਸਮਝਾਉਣ ਦੇ ਵਾਸਤੇ ਅਨਕ ਬਾਤ ਕੀ ਕਰ ਚਤੁਰਾਈ। ਅਨੇਕ ਪ੍ਰਕਾਰ ਦੇ ਸਿਆਣਪ ਦੇ ਨਾਲ ਕਰੋ ਰਿਝਾਵਨ ਠਾਨ ਉਪਾਈ। ਤੇ ਖੁਸ਼ ਕਰਨ ਦੇ ਵਾਸਤੇ ਮਨ ਅੰਦਰ ਤੁਸੀਂ ਧਾਰਨ ਕਰੋ। ਤੈਸੇ ਮਨ ਸਮਝਾਵਨ ਕਾਰਨ। ਤੇ ਜਿਵੇਂ ਬੜੇ ਸਿਆਣਪ ਦੇ ਨਾਲ ਕਥਾ ਕਰਦੇ ਹੋ, ਬੜੀਆਂ ਬੜੀਆਂ ਕਥਾ ਵਾਰਤਾ ਕਰਕੇ ਬੜੀ ਸਿਆਣਪ ਸੂਝ-ਬੂਝ ਦੇ ਨਾਲ ਲੋਕਾਂ ਨੂੰ ਸਮਝਾਉਂਦੇ ਹੋ, ਖੁਸ਼ ਕਰਦੇ ਹੋ। ਹੁਣ ਉਸੇ ਤਰ੍ਹਾਂ ਆਪਣੇ ਮਨ ਨੂੰ ਸਮਝਾਉਣ ਦੇ ਵਾਸਤੇ ਪਠ ਬੇਦਾਤ ਸੋ ਕਰੋ ਵਿਚਾਰਨ। ਵੇਦਾਂਤ ਨੂੰ ਪੜ੍ਹ ਕੇ ਫਿਰ ਉਹਦੀ ਵਿਚਾਰ ਕਰੋ। ਜਿਵੇਂ ਹੋਰਾਂ ਨੂੰ ਦੱਸਦੇ ਹੋ ਨਾ, ਹੋਰਾਂ ਨੂੰ ਉਪਦੇਸ਼ਦੇ ਹੋ ਤੇ ਖੁਸ਼ ਕਰਦੇ ਹੋ ਕਥਾ ਸੁਣਾ ਕੇ ਆਪਣੀ ਸਿਆਣਪ ਨਾਲ, ਹੁਣ ਉਸੇ ਤਰ੍ਹਾਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਵੇਦਾਂ ਦਾ ਪਾਠ ਕਰਕੇ ਉਹਨਾਂ ਦੀ ਫਿਰ ਵਿਚਾਰ ਕਰੋ। ਇਸ ਉਤਮ ਮੈਂ ਬਹੁ ਜਬ ਲਾਗੋ। ਤੇ ਜਦੋਂ ਇਸ ਤਰ੍ਹਾਂ ਦਾ ਉਦਮ ਕਰੋਗੇ, ਵੇਦਾਂ ਦਾ ਪਾਠ ਕਰਕੇ, ਵੇਦਾਂਤ ਨੂੰ ਪੜ੍ਹ ਕੇ ਉਹਦੀ ਵਿਚਾਰ ਕਰੋਗੇ, ਇਹ ਜਦੋਂ ਉਦਮ ਤੁਸੀਂ ਕਰੋਗੇ, ਸਿਮਰੋ ਸਤ ਨਾਮ ਅਨੁਰਾਗਿਓ। ਤੇ ਤੁਸੀਂ ਰਾਗ ਤੋਂ ਬਿਨਾਂ ਹੋ ਕੇ ਵੈਰਾਗ ਬਿਰਤੀ ਨਾਲ, ਪ੍ਰੇਮ ਨਾਲ ਜਦੋਂ ਇਸ ਤਰ੍ਹਾਂ ਦੇ ਨਾਲ ਸਿਮਰਨ ਕਰੋਗੇ, ਮਾਸ ਮਾਸ ਮੈਂ ਦਰਸੋਂ ਗੁਰ ਕੋ। ਤੇ ਫਿਰ ਸਮੇਂ ਨਾਲ ਮਹੀਨੇ ਦੇ ਵਿੱਚ ਆ ਕੇ ਗੁਰੂ ਦੇ ਦਰਸ਼ਨ ਕਰਨੇ ਨੇ। ਹਰ ਰੋਜ਼ ਵੇਦਾਂ ਦਾ ਪਾਠ ਕਰਨਾ ਹੈ, ਉਹਨਾਂ ਨੂੰ ਵਿਚਾਰਨਾ ਹੈ ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਪ੍ਰੇਮ ਦੇ ਨਾਲ, ਹਿਰਦੇ ਅੰਦਰੋਂ ਪ੍ਰੇਮ ਧਾਰਨ ਕਰਕੇ। ਤੇ ਫਿਰ ਮਹੀਨੇ ਵਿੱਚ ਇੱਕ ਵਾਰੀ ਆ ਕੇ ਗੁਰੂ ਦੇ ਦਰਸ਼ਨ ਕਰਨੇ ਹਨ। ਆਏ ਬਿਰਤਾਂਤ ਬਤਾਵੋ ਔਰ ਕੋ। ਤੇ ਫਿਰ ਆ ਕੇ ਜਦੋਂ ਆਉਣਾ ਹੈ ਮਹੀਨੇ ਬਾਅਦ ਚੱਲ ਕੇ, ਉਦੋਂ ਆ ਕੇ ਆਪਣੇ ਦਿਲ ਦਾ ਹਾਲ ਜਿਹੜਾ ਉਹ ਸੁਣਾਉਣਾ ਹੈ ਕਿ ਹੁਣ ਦਿਲ ਦੇ ਜਿਹੜੇ ਹੈ ਉਹ ਕਿੱਥੇ ਕੁ ਸਥਿਤੀ ਕੀ ਬਣੀ ਹੈ, ਕਿੰਨੀ ਕੁ ਸ਼ਾਂਤੀ ਜਿਹੜੀ ਉਹ ਪ੍ਰਾਪਤ ਹੋਈ ਹੈ, ਕਿੰਨੇ ਕੁ ਗਿਆਨ ਤੇ ਸ਼ੁਭ ਗੁਣ ਪ੍ਰਾਪਤ ਹੋਏ ਨੇ, ਉਹ ਹਾਲ ਸਾਰਾ ਆ ਕੇ ਸੁਣਾਉਣਾ ਹੈ। ਸੁਖ ਦੁਖ ਜੋ ਪਈ ਹੈ ਪਰਲੋਕ।
ਸੁਖ ਦੁੱਖ ਜੋ ਜੀਵ ਜਦੋਂ ਇਹ ਸਰੀਰ ਦਾ ਤਿਆਗ ਕਰਦਾ ਹੈ, ਮੌਤ ਹੁੰਦੀ ਹੈ ਤੇ ਪਰਲੋਕ ਦੇ ਵਿੱਚ ਜਾਂਦਾ ਹੈ। ਸੁਖ ਦੁੱਖ ਜੋ ਮਰ ਕੇ ਪਰਲੋਕ ਦੇ ਵਿੱਚ ਪ੍ਰਾਪਤ ਹੋਣਾ ਹੈ। ਤਿਸ ਕੋ ਲਖੋ ਲਿਓ ਮਨ ਰੋਗ, ਤੇ ਉਹਨੂੰ ਤੁਸੀਂ ਜਾਣ ਲੈਣਾ ਹੈ, ਮਨ ਨੂੰ ਰੋਕ ਲੈਣਾ ਹੈ। ਮਨ ਨੂੰ ਸੁਖ ਦੁੱਖ ਤੋਂ ਰੋਕ ਕੇ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨਾ ਹੈ। ਬਸੈ ਹਿਰਦੇ ਮਨ ਕੀ ਸਭ ਜਾਣੇ, ਤੇ ਹਿਰਦੇ ਦੇ ਵਿੱਚ ਵਸਣ ਵਾਲਾ ਪਰਮੇਸ਼ਰ ਜਿਹੜਾ ਹੈ, ਕਿਉਂਕਿ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਸਰਬ ਜੀਵਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਇਸ ਕਰਕੇ ਹਿਰਦੇ ਵਿੱਚ ਵਸਣ ਵਾਲਾ ਪਰਮੇਸ਼ਰ ਸਰਬ ਥਾਂ ਵਿਆਪਕ ਜਾਣਨਾ ਹੈ, ਸਾਰਿਆਂ ਦੇ ਵਿੱਚ ਜਾਣਨਾ ਹੈ ਕਿ ਸਾਰੇ ਸਮਸਤ ਜੀਵਾਂ ਵਿੱਚ ਉਹ ਆਪ ਵਰਤ ਰਿਹਾ ਹੈ, ਸਰਬ ਵਿਆਪਕ ਹੈ। ਸੋ ਪਰਮੇਸ਼ਰ ਲਖ ਸਭ ਥਾਨੇ, ਤੇ ਉਸ ਸਰਬ ਵਿਆਪਕ ਪ੍ਰਭੂ ਨੂੰ ਸਰਬ ਥਾਵਾਂ ਤੇ ਜਾਣਨਾ ਹੈ। ਸ਼੍ਰੀ ਮੁਖ ਤੇ ਸੁਨ ਪੰਡਤ ਦੋ, ਇਹ ਜਿਹੜੇ ਦੋਵੇਂ ਪੰਡਤ ਚੱਲ ਕੇ ਆਏ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ, ਸਤਿਗੁਰੂ ਪਾਤਸ਼ਾਹ ਜੀ ਦਾ ਇਹਨਾਂ ਨੇ ਉਪਦੇਸ਼ ਸੁਨਿਆ ਹੈ। ਮਾਨੇ ਬਾਤ ਵਿਚਾਰਤ ਸੋ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਕਹੇ ਹੋਏ ਬਚਨ ਸਨ, ਉਹਨਾਂ ਨੂੰ ਹੁਣ ਇਹਨਾਂ ਨੇ ਮੰਨਣਾ ਸ਼ੁਰੂ ਕੀਤਾ ਹੈ, ਉਹਨਾਂ ਦੀ ਵਿਚਾਰ ਕੀਤੀ ਹੈ। ਮਨ ਕੋ ਸਮਝਾਵਨ ਪੁਨ ਲਾਗੇ, ਹੁਣ ਕਿੱਥੇ ਤੇ ਪੂਰਾ ਨੂੰ ਸਮਝਾਉਣ ਵਾਸਤੇ ਉਪਦੇਸ਼ ਦਿੰਦੇ ਸਨ, ਪਰ ਕਦੀ ਆਪਣੇ ਮਨ ਨੂੰ ਸਮਝਾਉਣ ਬਾਬਤ ਸੋਚਿਆ ਹੀ ਨਹੀਂ ਸੀ। ਹੁਣ ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰਨ ਲੱਗੇ, ਹੁਣ ਹਰ ਰੋਜ਼ ਆਪਣੇ ਮਨ ਨੂੰ ਸਮਝਾਉਣ ਦੇ ਵਿੱਚ ਲੱਗੇ ਹਨ। ਸਨੇ ਸਨੇ ਤ੍ਰਿਸ਼ਨਾ ਆਦਿਕ ਤਿਆਗੇ, ਤੇ ਹੌਲੀ ਹੌਲੀ ਜਿਹੜੀ ਮਨ ਦੇ ਅੰਦਰ ਤ੍ਰਿਸ਼ਨਾ ਬਣੀ ਹੋਈ ਸੀ ਧਨ ਦੀ, ਪਦਾਰਥਾਂ ਦੀ, ਉਹ ਹੌਲੀ ਹੌਲੀ ਹੁਣ ਗੁਰੂ ਉਪਦੇਸ਼ ਦੀ ਕਮਾਈ ਕਰਦਿਆਂ ਇਹਨਾਂ ਨੇ ਤ੍ਰਿਸ਼ਨਾ ਆਦਿਕ ਜਿਹੜੇ ਸੀ ਉਹ ਹਿਰਦੇ ਅੰਦਰੋਂ ਤਿਆਗ ਦਿੱਤੇ ਹੈ। ਸਤਿਗੁਰ ਸੰਗ ਕਰਤ ਬੇਨੀਤ, ਤੇ ਹੁਣ ਨਿਤ ਸਤਿਗੁਰੂ ਪਾਤਸ਼ਾਹ ਜੀ ਦਾ ਸੰਗ ਸੰਗਤ ਕਰਦੇ ਹਨ। ਸਤ ਨਾਮ ਸੰਗ ਲਾਗੀ ਪ੍ਰੀਤ, ਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ, ਸਤਨਾਮ ਦੇ ਨਾਲ ਇਹਨਾਂ ਦੀ ਪ੍ਰੀਤੀ ਲੱਗ ਗਈ ਹੈ। ਹੋਤ ਪਇਓ ਤਿਨ ਕੋ ਕਲਿਆਣੇ, ਗੁਰ ਕੇ ਸਿੱਖ ਹੋਏ ਮਨ ਮਾਨੇ। ਹੁਣ ਗੁਰੂ ਉਪਦੇਸ਼ ਦੀ ਕਮਾਈ ਕਰਦਿਆਂ ਇਹਨਾਂ ਦੀ ਕਲਿਆਣ ਹੋ ਗਈ, ਜੀਵਨ ਮੁਕਤ ਹੋ ਗਏ, ਤੇ ਮਨ ਹੀ ਮਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖ ਇਹਨਾਂ ਨੇ ਆਪਣੇ ਆਪ ਨੂੰ ਜਾਣ ਲਿਆ ਕਿ ਅਸੀਂ ਗੁਰੂ ਕੇ ਸਿੱਖ ਹਾਂ। ਨਾਮ ਸਮੁੰਦਾ ਇੱਕ ਚੱਲ ਆਇਓ, ਇਸ ਤਰ੍ਹਾਂ ਦੇ ਨਾਲ ਇਹਨਾਂ ਦੋਨਾਂ ਨੂੰ ਬਾਲਾ ਤੇ ਕ੍ਰਿਸ਼ਨਾ ਇਹ ਪੰਡਤ ਆਏ, ਇਹਨਾਂ ਨੂੰ ਉਪਦੇਸ਼ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ। ਬਿਆੰਤ ਗੁਰੂ ਕੇ ਹੋਰ ਸਿੱਖ ਆਉਂਦੇ, ਸਿੱਖੀ ਨੂੰ ਧਾਰਨ ਕਰਦੇ। ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਇੱਕ ਸਮੁੰਦਾ ਨਾਮ ਦਾ ਸਿੱਖ ਚੱਲ ਕੇ ਆਇਆ। ਸ੍ਰੀ ਅਰਜਨ ਕੋ ਸੀਸ ਨਿਵਾਇਓ, ਤੇ ਆ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ। ਬੈਠ ਨਿਕਟ ਮੁਖ ਬਾਗ ਬਖਾਨੇ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਨੇੜੇ ਹੀ ਬੈਠ ਗਿਆ ਨਮਸਕਾਰ ਕਰਕੇ ਭਾਈ ਸਮੁੰਦਾ, ਤੇ ਬੈਠ ਕਰਕੇ ਕਹਿਣ ਲੱਗਾ, ਬੇਨਤੀ ਕਰਨ ਲੱਗਾ, ਗੁਰੂ ਗਰੀਬ ਨਿਵਾਜ ਸੁਜਾਨੇ। ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸਨਮੁਖ ਬੇਮੁਖ ਕਹੀਐ ਕੌਣ, ਸਨਮੁਖ ਤੇ ਬੇਮੁਖ ਕੌਣ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇਹ ਭਾਈ ਸਮੁੰਦਾ ਪੁੱਛਣ ਲੱਗਾ ਕਿ ਸਤਿਗੁਰੂ ਪਾਤਸ਼ਾਹ ਜੀ, ਸਨਮੁਖ ਕੌਣ ਹੈ ਤੇ ਬੇਮੁਖ ਕੌਣ ਹੈ? ਆਪ ਬਖਾਨੋ ਲੱਛਣ ਦੋਨ, ਤੇ ਦੋਹਾਂ ਦੇ ਲੱਛਣ ਕੀ ਨੇ? ਸਨਮੁਖ ਦੇ ਕੀ ਲੱਛਣ ਨੇ ਤੇ ਬੇਮੁਖ ਦੇ ਕੀ ਲੱਛਣ ਨੇ? ਉਹ ਕਿਰਪਾ ਕਰਕੇ ਮੈਨੂੰ ਦੱਸੋ। ਜਿਸ ਤੇ ਮੈਂ ਜਾਨੋ ਮਨ ਮਾਈ, ਤੇ ਜਿਹਦੇ ਬਾਬਤ ਮੈਂ ਆਪਣੇ ਮਨ ਅੰਦਰ ਜਾਣ ਲਵਾਂ ਕਿ ਪਾਤਸ਼ਾਹ ਮੈਨੂੰ ਪਤਾ ਲੱਗ ਜਾਵੇ ਕਿ ਕਿੰਨਾ ਲੱਛਣਾ ਕਰਕੇ ਮਨੁੱਖ ਗੁਰੂ ਤੋਂ ਬੇਮੁਖ ਹੁੰਦਾ ਹੈ
ਤੇ ਕਿਹੜੇ ਗੁਣ ਧਾਰਨ ਕਰਕੇ ਗੁਰੂ ਦੇ ਸਨਮੁਖ ਹੁੰਦਾ ਹੈ, ਇਹ ਮੈਨੂੰ ਦੱਸੋ ਤੇ ਕਿਰਪਾ ਕਰਕੇ ਮੈਂ ਆਪਣੇ ਮਨ ਅੰਦਰ ਇਹਨਾਂ ਦੇ ਬਾਬਤ ਜਾਣ ਲਵਾਂ। ਸਨਮੁਖ ਬਨੋ ਬੇਮੁਖ ਹੋਏ ਨਾਈ। ਤੇ ਮੈਂ ਵੀ ਪਾਤਸ਼ਾਹ ਆਪ ਜੀ ਦਾ ਉਪਦੇਸ਼ ਸੁਣ ਕੇ ਸਨਮੁਖ ਦੇ ਲੱਛਣ ਕੀ ਨੇ ਉਹ ਸੁਣ ਕਰਕੇ ਉਹਨਾਂ ਨੂੰ ਜੀਵਨ ਅੰਦਰ ਧਾਰਨ ਕਰਦਾ ਹੋਇਆ ਸਦਾ ਸਨਮੁਖ ਬਣ ਕੇ ਰਹਾ, ਸਦਾ ਸਨਮੁਖ ਬਣਿਆ ਰਹਾ, ਬੇਮੁਖ ਹੋਏ ਨਹੀਂ, ਮੈਂ ਕਦੀ ਵੀ ਬੇਮੁਖ ਨਾ ਹੋਵਾਂ। ਪਾਤਸ਼ਾਹ ਕਿਰਪਾ ਕਰੋ, ਆਪਣਾ ਉਪਦੇਸ਼ ਦੇ ਕੇ ਮੈਨੂੰ ਜਨਾਬੋ ਸਨਮੁਖ ਬੇਮੁਖ ਦੇ ਲੱਛਣ ਦੱਸੋ, ਤਾਂ ਕਿ ਮੈਂ ਸਨਮੁਖ ਵਾਲੇ ਲੱਛਣ ਜੀਵਨ ਅੰਦਰ ਧਾਰਨ ਕਰਕੇ ਸਦਾ ਸਨਮੁਖ ਬਣਿਆ ਰਹਾ, ਕਦੀ ਵੀ ਤੁਹਾਡੇ ਕੋਲੋਂ ਬੇਮੁਖ ਨਾ ਹੋਵਾਂ। ਸੁਨ ਗੁਰ ਕਯੋ ਹੋਤ ਬੜ ਸ਼ਾਹੂ। ਤੇ ਇਹ ਹੁਣ ਭਾਈ ਸਮੁੰਦੇ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਵਨ ਉਪਦੇਸ਼ ਦੇ ਕਰਕੇ ਸਮਝਾਉਂਦੇ ਨੇ ਕਿ ਜਿਵੇਂ ਇੱਕ ਸ਼ਾਹੂਕਾਰ ਹੋਵੇ ਤੇ ਸ਼ਾਹੂਕਾਰ ਕਿਸੇ ਚੰਗੇ ਮਨੁੱਖ ਨੂੰ ਕਿਸੇ ਕੰਮ ਲਈ ਭੇਜੇ ਜਾਂ ਕੰਮ ਲਈ ਰੱਖੇ ਜਿਹੜਾ ਬਲ ਤੇ ਤਾਕਤ ਸਿਆਣਪ ਨਾਲ ਕਰ ਸਕਦਾ ਹੋਵੇ, ਉਹ ਨਿਝੱਕ ਹੋ ਕੇ ਸ਼ਾਹੂ ਦੇ ਕੋਲ ਆਉਂਦਾ ਹੈ, ਤੇ ਜਿਹਦੇ ਕੋਲ ਇਹ ਗੁਣ ਨਹੀਂ, ਜਿਹਦੇ ਅੰਦਰ ਉਹ ਸ਼ਰਮ ਮਹਿਸੂਸ ਕਰਦਾ ਰਹਿੰਦਾ ਤੇ ਪਿੱਛੇ ਹਟ ਕੇ ਰਹਿੰਦਾ। ਇਸ ਤਰ੍ਹਾਂ ਦੇ ਨਾਲ ਪਾਵਨ ਉਪਦੇਸ਼ ਦੇ ਕੇ ਸਮਝਾਉਂਦੇ ਨੇ, ਸਨਮੁਖ ਤੇ ਬੇਮੁਖ ਦੇ ਲੱਛਣ ਬਾਬਤ ਦੱਸਦੇ ਨੇ।